ਵਾਹਿਗੁਰੂ ਜੀ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ ਜਪੁ। ਆਦਿ ਸਚ ਜੁਗਾਦਿ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ। ਸ਼ਲੋਕ। ਗੁਰਦੇਵ ਮਾਤਾ ਗੁਰਦੇਵ ਪਿਤਾ ਗੁਰਦੇਵ ਸੁਆਮੀ ਪਰਮੇਸ਼ਵਰਾ ਗੁਰਦੇਵ ਸਖਾ ਅਗਿਆਨ ਭੰਜਨ ਗੁਰਦੇਵ ਬੰਧਪ ਸਹੋਦਰਾ ਗੁਰਦੇਵ ਦਾਤਾ ਹਰ ਨਾਮ ਉਪਦੇਸੈ ਗੁਰਦੇਵ ਮੰਤ ਨਿਰੋਧਰਾ ਗੁਰਦੇਵ ਸ਼ਾਂਤ ਸਤ ਬੁੱਧ ਮੂਰਤ ਗੁਰਦੇਵ ਪਾਰਸ ਪਰਸਪਰਾ ਗੁਰਦੇਵ ਤੀਰਥ ਅੰਮ੍ਰਿਤ ਸਰੋਵਰ ਗੁਰ ਗਿਆਨ ਮੱਜਨ ਅਪਰੰਪਰਾ ਗੁਰਦੇਵ ਕਰਤਾ ਸਭ ਪਾਪ ਹਰਤਾ ਗੁਰਦੇਵ ਪਤਿਤ ਪਵਿੱਤ ਕਰਾ ਗੁਰਦੇਵ ਆਦਿ ਜੁਗਾਦ ਜੁਗ ਜੁਗ ਗੁਰਦੇਵ ਮੰਤ ਹਰ ਜਪ ਉਦਰਾ ਗੁਰਦੇਵ ਸੰਗਤ ਪ੍ਰਭ ਮੇਲ ਕਰ ਕਿਰਪਾ ਹਮ ਮੂੜ ਪਾਪੀ ਜਿਤ ਲਗ ਤਰਾ ਗੁਰਦੇਵ ਸਤਿਗੁਰ ਪਾਰ ਬ੍ਰਹਮ ਪਰਮੇਸ਼ਰ ਗੁਰਦੇਵ ਨਾਨਕ ਹਰ ਨਮਸਕਾਰਾ ਗੁਰਦੇਵ ਨਾਨਕ ਹਰ ਨਮਸਕਾਰਾ। ਇਹੋ ਸ਼ਲੋਕ ਆਦਿ ਅੰਤ ਪੜ੍ਹਨਾ ਗਿਆਨ ਧਿਆਨ ਕਿਛ ਕਰਮ ਨ ਜਾਣਾ ਸਾਰ ਨ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ। ਮੈਂ ਮੂਰਖ ਕੀ ਕੇਤਕ ਬਾਤ ਹੈ ਕੋਟ ਪਰਾਧੀ ਤਰਿਆਰੇ ਗੁਰੂ ਨਾਨਕ ਜਿਨ ਸੁਣਿਆ ਪੇਖਿਆ ਸੇ ਫਿਰ ਗਰਭਾਸ ਨ ਪਰਿਆਰੇ। ਮੂਕ ਉਚਰੈ ਸ਼ਾਸਤਰ ਖਟ ਪਿੰਗ ਗਿਰਨ ਚੜ ਜਾਏ ਅੰਧ ਲਖੈ ਬਧਰਉ ਸੁਣੈ ਜਿਉ ਕਾਲ ਕਿਰਪਾ ਕਰਾਏ। ਵਾਹਿਗੁਰੂ ਜੀ। ਰਾਮ ਕਲੀ ਮਹੱਲਾ ਪਹਿਲਾ। ਸਿੱਧ ਗੋਸ਼ਟ। ਇੱਕ ਓੰਕਾਰ ਸਤਿਗੁਰ ਪ੍ਰਸਾਦਿ। ਸਿੱਧ ਸਭਾ ਕਰ ਆਸਣ ਬੈਠੇ ਸੰਤ ਸਭਾ ਜੈਕਾਰੋ। ਸਿੱਧ ਸਭਾ ਕਰ ਆਸਣ ਬੈਠੇ ਸੰਤ ਸਭਾ ਜੈਕਾਰੋ। ਤਿਸ ਆਗੈ ਰਹਿ ਰਾਸ ਹਮਾਰੀ ਸਾਚਾ ਅਪਰ ਅਪਾਰੋ। ਮਸਤਕ ਕਾਟ ਧਰੀ ਤਿਸ ਆਗੈ ਤਨ ਮਨ ਆਗੈ ਦਿਓ। ਨਾਨਕ ਸੰਤ ਮਿਲੈ ਸੱਚ ਪਾਈਐ ਸਹਿਜ ਪਾਏ ਜਸ ਲਿਓ। ਨਾਨਕ ਸੰਤ ਮਿਲੈ ਸੱਚ ਪਾਈਐ ਸਹਿਜ ਪਾਏ ਜਸ ਲਿਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਗਰੀਬ ਨਿਵਾਜ ਅੰਤਰਜਾਮੀ ਭਗਤ ਵਛਲ ਕਿਰਪਾ ਦੇ ਖਜ਼ਾਨੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸਾਜੀ ਨਵਾਜੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ। ਆਪ ਵਡਭਾਗੀ ਹੋ ਜੋ ਆਪ ਜੀ ਨੇ ਵਾਹਿਗੁਰੂ ਦੀ ਕਿਰਪਾ ਦਾ ਸਦਕਾ ਭਈ ਪ੍ਰਾਪਤ ਮਾਨੁਖ ਦੇਹੁਰੀਆ ਗੋਬਿੰਦ ਮਿਲਨ ਕੀਏ ਤੇਰੀ ਬਰੀਆ। ਮਨੁੱਖਾ ਦੇਹੀ ਦੀ ਪ੍ਰਾਪਤੀ ਕਰਕੇ ਫਿਰ ਗੁਰਸਿੱਖਾਂ ਦੇ ਘਰ ਸਾਡਾ ਜਨਮ ਹੋਣਾ ਔਰ ਫਿਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਲੜ ਲੱਗਣਾ
ਗੁਰੂ ਵਾਲੇ ਬਣਨਾ, ਗੁਰਬਾਣੀ ਦੀ ਵਿਚਾਰ ਕਰਨੀ ਅਤੇ ਉਸ ਅਨੁਸਾਰ ਆਪਣੇ ਜੀਵਨ ਨੂੰ ਢਾਲ ਕੇ ਆਪਣੇ ਜੀਵਨ ਨੂੰ, ਜਿਵੇਂ ਗੁਰਾਂ ਦਾ ਵਾਕ ਹੈ, ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ। ਸਾਡੇ ਸੋਹਣੇ ਜੀਵਨ ਸਤਿਗੁਰੂ ਮਹਾਰਾਜ ਨੇ ਬਣਾ ਦਿੱਤੇ ਨੇ। ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹਉ ਕਰੋ ਨਿਵਾਸ। ਸੋ ਸਤਿਗੁਰੂ ਮਹਾਰਾਜ ਦੀ ਇਹ ਬੜੀ ਕਿਰਪਾ ਹੈ ਆਪਣੇ ਤੇ, ਜਿਨ੍ਹਾਂ ਚੀਜ਼ਾਂ ਨੂੰ ਪੁਰਾਤਨ ਲੋਕ ਪ੍ਰਾਪਤ ਨਹੀਂ ਕਰ ਸਕੇ। ਜਿਵੇਂ ਆਪ ਜੀ ਨੇ ਫਰਮਾਇਆ, ਤੀਸਰੇ ਸਰੂਪ ਦੇ ਵਿੱਚ ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ, ਸੋ ਅੰਮ੍ਰਿਤ ਗੁਰ ਤੇ ਪਾਇਆ। ਇਹ ਅੰਮ੍ਰਿਤ ਦੀ ਦਾਤ, ਇਹ ਧੁਰ ਕੀ ਬਾਣੀ ਦੀ ਦਾਤ, ਇਹ ਨਾਮ ਦੀ ਦਾਤ, ਇਹ ਸੇਵਾ ਦੀ ਦਾਤ, ਇਹ ਸਿਮਰਨ ਦੀ ਦਾਤ, ਇਹ ਜਿੰਨੀਆਂ ਵੀ ਵੱਡੀਆਂ ਵੱਡੀਆਂ ਦਾਤਾਂ ਸਾਨੂੰ ਹੁਣ ਮਿਲੀਆਂ ਨੇ ਕਲਯੁਗ ਦੇ ਸਮੇਂ ਵਿੱਚ ਗੁਰੂ ਨਾਨਕ ਸਾਹਿਬ ਦੇ ਘਰੋਂ, ਇਹ ਦਾਤਾਂ ਪਹਿਲਿਆਂ ਸਮਿਆਂ ਦੇ ਵਿੱਚ ਕਿਸੇ ਪਾਸ ਨਹੀਂ ਸਨ। ਪਹਿਲਿਆਂ ਸਮਿਆਂ ਦੇ ਜਿੰਨੇ ਵੀ ਲੋਕ ਹੋਏ ਨੇ, ਉਹਨਾਂ ਨੇ ਜੋ ਆਪਣੇ ਗ੍ਰੰਥ ਰਚੇ, ਜੋ ਸਿਧਾਂਤ ਰਚੇ, ਉਹਨਾਂ ਦੇ ਉੱਤੇ ਉਹਨਾਂ ਨੂੰ ਬੜਾ ਮਾਣ ਸੀ। ਪਰ ਜਦੋਂ ਇਸ ਸੰਸਾਰ ਦੇ ਵਿੱਚ ਆਪ ਨਰਾਇਣ ਕਲਾ ਧਾਰ ਜਗ ਮਹਿ ਪਰਵਰਿਓ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਨਿਰੰਕਾਰ ਵਾਹਿਗੁਰੂ ਜੀ ਨੇ ਜਦੋਂ ਤੋਂ ਗੁਰੂ ਨਾਨਕ ਦੇਵ ਜੀ ਰੂਪ ਹੋ ਕੇ ਸੰਸਾਰ ਦੇ ਅੰਦਰ ਪ੍ਰਕਾਸ਼ਮਾਨ ਹੋਣਾ ਕੀਤਾ ਹੈ, ਤਦੋਂ ਸੰਸਾਰ ਦੇ ਲੋਕਾਂ ਨੇ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਨੂੰ ਜਾਣਿਆ ਕਿ ਇਹ ਆਪਣਾ ਕੋਈ ਨਵਾਂ ਹੀ ਪੰਥ ਚਲਾ ਰਹੇ ਹਨ। ਭਈ ਇੰਨੇ ਪੁਰਾਣੇ ਸਮੇਂ ਤੋਂ ਸਾਡੇ ਧਰਮ ਚਲੇ ਆ ਰਹੇ ਨੇ, ਇਹ ਕੋਈ ਨਵਾਂ ਹੀ ਪੰਥ ਚਲਾ ਰਹੇ ਨੇ ਆਪਣਾ। ਇਹਨਾਂ ਗੱਲਾਂ ਨੂੰ ਲੈ ਕੇ ਬਹੁਤ ਸਾਰੇ ਲੋਕਾਂ ਨੇ ਗੁਰੂ ਨਾਨਕ ਸਾਹਿਬ ਨਾਲ ਚਰਚਾ ਕੀਤੀ ਅਤੇ ਜਦੋਂ ਚਰਚਾ ਦੇ ਵਿੱਚ ਹਾਰ ਗਏ, ਫੇਰ ਗੁਰੂ ਨਾਨਕ ਸਾਹਿਬ ਦੇ ਚਰਨਾਂ ਤੇ ਡਿੱਗ ਪਏ। ਫਿਰ ਉਹਨਾਂ ਨੂੰ ਪਛਾਣ ਹੋ ਗਈ ਕਿ ਇਹ ਆਪ ਵਾਹਿਗੁਰੂ ਸੰਸਾਰ ਦੇ ਅੰਦਰ ਪ੍ਰਕਾਸ਼ਮਾਨ ਹੋਏ ਹਨ। ਅੱਜ ਜੋ ਆਪਾਂ ਇਹ ਸ਼ਰਵਣ ਕੀਤਾ ਹੈ, ਰਾਮਕਲੀ ਰਾਗ ਦੇ ਵਿੱਚ ਸਿੱਧ ਗੋਸ਼ਟ ਬਾਣੀ ਮਹਾਰਾਜ ਨੇ ਉਚਾਰਨ ਕੀਤੀ ਹੈ। ਆਮ ਤੌਰ ਤੇ ਸਾਡੇ ਸਿੱਖ ਪੰਥ ਦੇ ਵਿੱਚ 100% ਵਿੱਚੋਂ 5% ਸਾਡੀਆਂ ਸੰਗਤਾਂ ਨੂੰ ਜਪਜੀ ਸਾਹਿਬ ਬਾਰੇ ਗਿਆਨ ਹੈ। ਜਾਪ ਸਾਹਿਬ, ਸਵਈਏ ਚੌਪਈ, ਆਨੰਦ ਸਾਹਿਬ, ਰਹਿ ਰਾਸ, ਕੀਰਤਨ ਸੋਹਿਲਾ, ਆਸਾ ਦੀ ਵਾਰ, ਸ੍ਰੀ ਸੁਖਮਨੀ ਸਾਹਿਬ ਦਾ ਪਾਠ। ਸੋ ਇਸ ਤੋਂ ਅੱਗੇ ਜਿਹੜਾ ਸਾਡਾ ਵਾਧਾ ਹੋਣਾ ਸੀ, ਗੁਰਬਾਣੀ ਦਾ ਚਾਨਣ ਪੈਣਾ ਸੀ, ਉਹਦੀ ਬਜਾਏ ਸਾਡੇ ਧਿਆਨ ਜਿਹੜੇ ਨੇ ਉਹ ਸੰਸਾਰਕ ਕੰਮਾਂ ਵਿੱਚ, ਪਦਾਰਥਾਂ ਵਿੱਚ, ਟੀਵੀ ਦੇ ਵਿੱਚ, ਗਾਣਿਆਂ ਦੇ ਵਿੱਚ ਹੋਰ ਪਾਸੇ ਚਲੇ ਗਏ। ਪਰ ਵਾਹਿਗੁਰੂ ਦੀ ਕਿਰਪਾ ਦਾ ਸਦਕਾ ਇਹ ਕਿਸੇ ਇੱਕ ਬੰਦੇ ਦਾ ਕੰਮ ਨਹੀਂ, ਅਕਾਲ ਪੁਰਖ ਦੀ ਪ੍ਰੇਰਣਾ ਦਾ ਸਦਕਾ ਸੰਸਾਰ ਭਰ ਦੇ ਵਿੱਚ ਹਰ ਥਾਂ ਦੇ ਉੱਤੇ ਗੁਰਸਿੱਖ ਆਪੋ ਆਪਣਾ ਯਤਨ ਕਰ ਰਹੇ ਨੇ ਕਿ ਅਸੀਂ ਸੰਗਤ ਨੂੰ ਵੱਧ ਤੋਂ ਵੱਧ ਗੁਰਬਾਣੀ ਬਾਰੇ ਦੱਸ ਸਕੀਏ, ਸੰਥਿਆ ਕਰਵਾ ਸਕੀਏ, ਅਰਥਾਂ ਦਾ ਗਿਆਨ ਦੇ ਸਕੀਏ, ਤਾਂ ਕਿ ਸਾਨੂੰ ਵੀ ਪਤਾ ਚੱਲੇ ਕਿ ਪਿਉ ਦਾਦੇ ਕਾ ਖੋਲ ਡਿੱਠਾ ਖਜ਼ਾਨਾ, ਤਾਂ ਮੇਰਾ ਮਨ ਭਇਆ ਨਿਧਾਨਾ। ਰਤਨ ਲਾਲ ਜਾਕਾ ਕਛੂ ਨ ਮੋਲ, ਭਰੇ ਭੰਡਾਰ ਅਖੂਟ ਅਤੋਲ। ਖਾਵਹਿ ਖਰਚਾ ਰਲ ਮਿਲ ਭਾਈ, ਤੋਟ ਨਾ ਆਵੈ ਵਾਧੋ ਜਾਈ। ਸਾਧ ਸੰਗਤ, ਗੁਰਬਾਣੀ ਦਾ ਸਮੁੰਦਰ, ਸਧਾਰਨ ਸਮੁੰਦਰ ਦਾ ਤਾਂ ਕੋਈ ਅੰਤ ਪਾ ਸਕਦਾ ਹੈ, ਪਰ ਗੁਰਬਾਣੀ ਰੂਪ ਸਮੁੰਦਰ ਦਾ ਅੰਤ ਪਾਉਣਾ, ਮਹਾਰਾਜ ਨੇ ਜਿਵੇਂ ਫਰਮਾਇਆ, ਗੁਰਸਾਗਰ ਰਤਨੀ ਭਰਪੂਰੇ, ਅੰਮ੍ਰਿਤ ਸੰਤ ਚੁਗ ਹੈ ਨਹੀਂ ਦੂਰੇ। ਆਓ ਇਸ ਅਥਾਹ ਗੁਰਬਾਣੀ ਦੇ ਸਮੁੰਦਰ ਵਿੱਚੋਂ ਆਪਣੀ ਇੱਕ ਤੁੱਛ ਜੀ ਬੁੱਧੀ ਅਨੁਸਾਰ ਵਿਚਾਰ ਕਰਨ ਲੱਗਿਆ ਹੈ ਦਾਸ। ਆਪ ਜੀ ਜਿਤਨੇ ਵੀ ਸਰੋਤੇ ਸ਼੍ਰਵਣ ਕਰ ਰਹੇ ਹੋ, ਇਹ ਅੰਮ੍ਰਿਤ ਬਾਣੀ ਰੇਡੀਓ ਤੋਂ, ਇਹ ਸਭ ਸੰਗਤਾਂ ਦੇ ਸਹਿਯੋਗ ਦਾ ਸਦਕਾ ਹੀ ਹੋਇਆ। ਗੁਰਮੁਖਾਂ ਨੂੰ ਪ੍ਰੇਰਣਾ ਹੋਈ ਕਿ ਗੁਰਬਾਣੀ ਦਾ ਪ੍ਰਚਾਰ ਘਰ ਘਰ ਤੱਕ ਪਹੁੰਚਾਇਆ ਜਾਵੇ। ਜਿਸ ਪ੍ਰਕਾਰ ਸਾਰਿਆਂ ਨਾਲੋਂ ਪਹਿਲਾਂ
USA ਦੇ ਵਿੱਚ ਭਾਈ ਗੁਰਸੇਵਕ ਸਿੰਘ ਹੁਣਾਂ ਨੇ ਡਾਇਲਸ ਦੇ ਵਿੱਚ ਗੁਰਬਾਣੀ ਦੀਆਂ ਸੀਡੀਜ਼ ਤਿਆਰ ਕਰਕੇ ਸੰਗਤ ਤੱਕ ਪਹੁੰਚਾਈਆਂ ਅਤੇ ਹੁਣ ਸਾਰਿਆਂ ਥਾਵਾਂ ਤੇ ਸੀਡੀਜ਼ ਹਰ ਥਾਂ ਦੇ ਉੱਤੇ ਜਿੱਥੇ-ਜਿੱਥੇ ਵੀ ਰੇਡੀਓ ਚੱਲ ਰਹੇ ਨੇ ਆਪਣੇ ਆਸਟ੍ਰੇਲੀਆ ਦੇ ਵਿੱਚ ਵੈਨਕੂਵਰ ਦੇ ਵਿੱਚ ਹਾਲੈਂਡ ਦੇ ਵਿੱਚ ਬਹੁਤ ਜ਼ਿਆਦਾ ਪ੍ਰਚਾਰ ਹੋਇਆ, ਮਲੇਸ਼ੀਆ ਦੇ ਵਿੱਚ ਹੋਇਆ। ਸੋ ਸਤਿਗੁਰੂ ਮਹਾਰਾਜ ਦੀ ਬੜੀ ਬਖਸ਼ਿਸ਼ ਰਹੀ ਹੈ। ਸੋ ਅੰਮ੍ਰਿਤ ਬਾਣੀ ਰੇਡੀਓ ਵੱਲੋਂ ਇਹ ਯਤਨ ਰਹਿੰਦਾ ਹਰ ਵਕਤ ਕਿ ਅਸੀਂ ਚੰਗੇ ਤੋਂ ਚੰਗੇ ਗੁਰਮੁਖਾਂ ਦੇ ਰਾਹੀਂ ਪ੍ਰਚਾਰ ਕਰੀਏ ਤਾਂ ਕਿ ਸਾਡੀ ਸੰਗਤ ਨੂੰ ਵੱਧ ਤੋਂ ਵੱਧ ਲਾਹਾ ਪ੍ਰਾਪਤ ਹੋਵੇ, ਜਿਸ ਕਰਕੇ ਸਾਡੇ ਮਨੁੱਖਾ ਜਨਮ ਦੀ ਸਫਲਤਾ, ਪੰਥ ਦੀ ਚੜ੍ਹਦੀ ਕਲਾ ਹੋਵੇ। ਸੋ ਆਓ ਅੱਜ ਦੀ ਜੋ ਇਹ ਕਥਾ ਸਿੱਧ ਗੋਸ਼ਟ, ਕਿਉਂਕਿ ਮਹਾਰਾਜ ਨੇ ਬਚਨ ਲਿਖਿਆ ਰਾਮ ਕਲੀ ਮਹੱਲਾ ਪਹਿਲਾ। ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਰਾਮ ਕਲੀ ਰਾਗ ਦੇ ਵਿੱਚ ਇਹ ਬਾਣੀ ਉਚਾਰਨ ਕੀਤੀ ਹੈ। ਸਭ ਤੋਂ ਪਹਿਲਾਂ ਆਪਾਂ ਰਾਮ ਕਲੀ ਰਾਗ ਬਾਰੇ ਜਾਣ ਲਈਏ ਕਿ ਇਹ ਜਿਹੜਾ ਰਾਮ ਕਲੀ ਰਾਗ ਹੈ, ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਰਾਮ ਕਲੀ ਦਾ 18ਵਾਂ ਨੰਬਰ ਹੈ। ਇਸ ਰਾਗ ਵਿੱਚ ਜੋਗ ਮਤ ਨਾਲ ਸੰਬੰਧ ਰੱਖਣ ਵਾਲੇ ਸ਼ਬਦਾਂ ਦੀ ਬਹੁਤਾਤ ਹੈ। ਰਾਮ ਕਲੀ ਰਾਗ ਜੋ ਹੈ ਮਨ ਨੂੰ ਮੋਹਣ ਵਾਲਾ ਅਤ ਪ੍ਰਸਿੱਧ ਰਾਗ। ਇਸ ਰਾਗ ਵਿੱਚ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਜੋ ਪ੍ਰਸਿੱਧ ਬਾਣੀਆਂ ਸਿੱਖ ਜਗਤ ਦੇ ਵਿੱਚ ਵਿਚਰਨ ਵਾਲੇ ਗੁਰਬਾਣੀ ਦੇ ਪਾਠਕ ਜਾਣਦੇ ਨੇ ਭਲੀ ਪ੍ਰਕਾਰ ਕੇ ਆਨੰਦ ਸਾਹਿਬ ਦਾ ਪਾਠ ਆਪਾਂ ਕਰਦੇ ਹਾਂ, ਜੋ ਰਾਮਕਲੀ ਰਾਗ ਦੇ ਵਿੱਚ ਗੁਰੂ ਅਮਰਦਾਸ ਮਹਾਰਾਜ ਦੀ ਲਿਖਤ ਹੈ। ਸਿੱਧ ਗੋਸ਼ਟ ਦੱਖਣੀ ਓਂਕਾਰ, ਇਹ ਗੁਰੂ ਨਾਨਕ ਦੇਵ ਮਹਾਰਾਜ ਦੀ ਰਚਨਾ ਹੈ। ਰਾਮਕਲੀ ਕੀ ਵਾਰ ਰਾਏ ਬਲਵੰਡ ਤਥਾ ਸੱਤੈ ਡੂਮ ਆਖੀ, ਇਹ 966 ਅੰਗ ਤੇ ਰਾਮਕਲੀ ਕੀ ਤੀਸਰੀ ਵਾਰ ਹੈ। ਔਰ ਵਿਸ਼ੇਸ਼ ਬਾਣੀ ਇਹਦੇ ਵਿੱਚ ਰੁੱਤੀ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਨੇ 927 ਅੰਗ ਤੇ ਇਹ ਬਾਣੀ ਉਚਾਰਨ ਕੀਤੀ ਹੈ। ਸੋ ਇਸ ਪ੍ਰਕਾਰ ਰਾਗ ਰਾਮਕਲੀ ਦੇ ਵਿੱਚ ਸਤਿਗੁਰੂ ਮਹਾਰਾਜ ਨੇ ਬਹੁਤ ਹੀ ਗਿਆਨ ਦੀ ਦਾਤ ਜਿਵੇਂ ਬਖਸ਼ਿਸ਼ ਕੀਤੀ ਹੈ, ਕਿਉਂਕਿ ਸਵੇਰ ਵੇਲੇ ਦੇ ਰਾਗਾਂ ਵਿੱਚ ਰਾਮਕਲੀ ਨੂੰ ਮਹੱਤਵਪੂਰਨ ਸਥਾਨ ਪ੍ਰਾਪਤ ਹੈ। ਇਹ ਕਰੁਣਾ ਰਸ ਦੀ ਰਾਗਣੀ ਹੈ। ਇਸ ਦੀ ਪ੍ਰਕਿਰਤੀ ਵਿਜੋਗ ਰਸ ਪੈਦਾ ਕਰਨ ਵਾਲੀ ਹੈ। ਸੰਗੀਤਕਾਰ ਨੂੰ, ਜਿਤਨੇ ਵੀ ਸੰਗੀਤਕਾਰ ਸੰਸਾਰ ਦੇ ਅੰਦਰ ਨੇ, ਸੰਗੀਤਕਾਰ ਇਸ ਨੂੰ ਬਸੰਤ ਰੁੱਤ ਵਿੱਚ ਵਧੇਰੇ ਗਾਉਂਦੇ ਨੇ। ਗੁਰਬਾਣੀ ਸੰਗੀਤ ਪ੍ਰਾਚੀਨ ਰੀਤ ਰਤਨਾਵਲੀ ਦੇ ਲੇਖਕ ਭਾਈ ਗੁਰਚਰਨ ਸਿੰਘ ਅਵਤਾਰ ਸਿੰਘ ਅਨੁਸਾਰ ਬਜ਼ੁਰਗ 3 ਤਰ੍ਹਾਂ ਰਾਮਕਲੀ ਗਾਉਂਦੇ ਨੇ। ਕੇਵਲ ਔੜਵ ਸੰਪੂਰਨ, ਇਸ ਵਿੱਚ ਕੋਮਲ ਨ ਤੇ ਜੋ ਮਾਂ ਚੜਾ ਨਹੀਂ ਹੈ। ਸੋ ਜੋ ਨਾ ਕੋਮਲ ਤੇ ਨਾ ਤੀਬਰ ਦੋਨੋਂ ਹੀ ਹਨ, ਦੋਨੋਂ ਮੱਧਮਾ ਤੇ ਦੋਨੋਂ ਨਿਖਾਦਾਂ ਹਨ। ਸੋ ਇੱਕ ਮਤ ਅਨੁਸਾਰ ਰਾਮਕਲੀ ਵਿੱਚ ਜੋ ਪਾ ਵਾਦੀ ਤੇ ਸਾ ਸੰਵਾਦੀ ਹੈ, ਤੇ ਦੂਸਰੇ ਮਤ ਅਨੁਸਾਰ ਧਾ ਵਾਦੀ ਤੇ ਰਾ ਸੰਵਾਦੀ ਮੰਨੇ ਜਾਂਦੇ ਨੇ। ਸੋ ਇਸ ਤਰੀਕੇ ਨਾਲ ਇਸ ਰਾਗ ਨੂੰ ਗਾਉਣ ਦਾ ਸੋਹਣਾ ਸਮਾਂ ਪ੍ਰਭਾਤ ਵੇਲੇ ਦਾ। ਫਿਰ ਇਸ ਰਾਗ ਵਿੱਚ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਸ ਤਰ੍ਹਾਂ ਬਚਨ ਵੀ ਫਰਮਾਇਆ ਹੈ, ਰਾਮਕਲੀ ਰਾਮ ਮਨ ਵਸਿਆ ਤਾਂ ਬਨਿਆ ਸਿੰਗਾਰ, ਗੁਰ ਕੈ ਸ਼ਬਦ ਕਮਲ ਬਿਗਸਿਆ ਤਾਂ ਸੌਂਪਿਆ ਭਗਤ ਭੰਡਾਰ, ਭਰਮ ਗਿਆ ਤਾਂ ਜਾਗਿਆ ਚੂਕਾ ਅਗਿਆਨ ਅੰਧਾਰ, ਤਿਸਨੋ ਰੂਪ ਅਤ ਅਗਲਾ ਜਿਸ ਹਰ ਨਾਲ ਪਿਆਰ। ਸੋ ਇਸ ਤਰੀਕੇ ਨਾਲ ਸਤਿਗੁਰੂ ਮਹਾਰਾਜ ਨੇ ਇਸ ਰਾਗ ਦੀ ਮਹਾਨਤਾ ਜਾਣਦਿਆਂ ਹੋਇਆਂ ਸੋ 18ਵੇਂ ਨੰਬਰ ਤੇ ਗੁਰਬਾਣੀ ਦੇ ਵਿੱਚ ਇਸ ਰਾਗ ਨੂੰ ਪ੍ਰਵਾਨ ਕੀਤਾ ਹੈ। ਆਓ ਸਤਿਗੁਰੂ ਮਹਾਰਾਜ ਜੀ ਬਖਸ਼ਿਸ਼ ਕਰਦੇ ਨੇ ਇਸ ਰਾਗ ਦੇ ਵਿੱਚ ਜੋ ਸਾਡੇ ਉੱਤੇ ਕਿਰਪਾ ਕੀਤੀ ਗੁਰੂ ਨਾਨਕ ਦੇਵ ਜੀ ਨੇ। ਸਿੱਧ ਗੋਸ਼ਟ ਬਾਣੀ ਦਾ ਇੱਕ ਸਰਵੇਖਣ ਕਰਦੇ ਹਾਂ ਆਪਾਂ। ਧੰਨ ਗੁਰੂ ਨਾਨਕ ਦੇਵ ਜੀ ਨੇ ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚੌਂ ਵਰਨਾ ਕੋ ਸਾਂਝਾ
ਦੇਣ ਦੀ ਖਾਤਰ 4 ਉਦਾਸੀਆਂ ਕੀਤੀਆਂ। ਇਹਨਾਂ ਉਦਾਸੀਆਂ ਵਿੱਚ ਵੱਖੋ-ਵੱਖ ਫਿਰਕਿਆਂ ਦੇ ਧਾਰਮਿਕ ਆਗੂਆਂ ਨਾਲ ਮਿਲਣੀ ਸਮੇਂ ਕਈ ਤਰ੍ਹਾਂ ਦੇ ਵਿਚਾਰ ਵਟਾਂਦਰੇ ਹੁੰਦੇ ਰਹੇ। ਉਹਨਾਂ ਦਾਰਸ਼ਨਿਕ ਵਿਚਾਰਾਂ ਨੂੰ ਗੋਸਟ ਜਾਂ ਗੋਸ਼ਟੀ ਦਾ ਨਾਂ ਦਿੱਤਾ ਗਿਆ। ਵੱਖ-ਵੱਖ ਜਨਮ ਸਾਖੀਆਂ ਵਿੱਚ ਇਹਨਾਂ ਗੋਸ਼ਟੀਆਂ ਦਾ ਸੰਗ੍ਰਹਿ ਮਿਲਦਾ ਹੈ। ਜਿਵੇਂ ਪਹਿਲੇ ਨੰਬਰ ਤੇ ਗੋਸ਼ਟ ਗੋਰਖਨਾਥ ਕੀ ਤਥਾ ਖਿੰਥੜੇ ਕੀ ਚੱਲੀ। ਗੋਸ਼ਟ ਸ਼ਾਹ ਸ਼ਰਫ ਨਾਲ ਮੱਕੇ ਦੀਆਂ ਗੋਸ਼ਟਾਂ, ਗੋਸ਼ਟ ਬਾਬੇ ਨਾਨਕ ਜੀ ਕੀ ਕਬੀਰ ਨਾਲ, ਗੋਸ਼ਟ ਗੋਬਿੰਦ ਲੋਕਾਂ ਕੀ ਇਤਿਆਦਿਕ। ਇਸ ਤਰ੍ਹਾਂ ਸਿੱਧ ਗੋਸ਼ਟ ਸਿੱਧਾਂ ਜੋਗੀਆਂ ਨਾਲ ਹੋਈ। ਗੋਸ਼ਟੀ ਦਾ ਅਖਰੀ ਅਰਥ ਪਰਸਪਰ ਗੱਲਬਾਤ ਅਥਵਾ ਵਿਚਾਰ ਵਟਾਂਦਰਾ ਹਨ, ਪਰ ਇਸ ਦਾ ਮੂਲ ਆਧਾਰ ਤਰਕ ਵਿਤਰਕ ਹੀ ਹੁੰਦਾ ਹੈ। ਵੱਖੋ ਵੱਖਰੇ ਮਤਾਂ ਦੇ ਆਗੂਆਂ ਨੇ ਆਪਣੀ ਤੀਖਣ ਬੁੱਧੀ ਦਾ ਪ੍ਰਗਟਾਵਾ ਕਰਕੇ ਦੂਜੇ ਉੱਤੇ ਆਪਣਾ ਧਰਮ ਦਾ ਪ੍ਰਭਾਵ ਪਾ ਕੇ ਵਿਜয়ੀ ਬਣਨਾ ਅਤੇ ਆਪਣੇ ਧਰਮ ਦਾ ਅਨੁਯਾਈ ਬਣਾਉਣਾ ਇਹ ਉਹਨਾਂ ਦੀ ਆਦਤ ਹੁੰਦੀ ਹੈ। ਇਸ ਤੱਤ ਨੂੰ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਪਹਿਲੀ ਵਾਰ ਦੀ 31ਵੀਂ ਪੌੜੀ ਵਿੱਚ ਇਉਂ ਨਿਰੂਪਣ ਕੀਤਾ ਹੈ। ਸਿੱਧੀ ਮਨੇ ਵਿਚਾਰਿਆ ਕਿਵੇਂ ਦਰਸ਼ਨ ਇਹ ਲੇਵੈ ਬਾਲਾ, ਐਸਾ ਜੋਗੀ ਕਲੀ ਮਹਿ ਹਮਰੇ ਪੰਥ ਕਰੇ ਉਜਿਆਲਾ। ਭਾਵ ਇਹ ਕਿ ਬਾਲਕ ਗੁਰੂ ਨਾਨਕ ਦੇਵ ਮਹਾਰਾਜ ਨੂੰ ਸਿੱਧ ਬਾਲਕ ਹੀ ਕਹਿੰਦੇ ਸੀ, ਕਿਉਂਕਿ ਆਪ 500 ਸਾਲ ਲੰਬੀ ਉਮਰ, ਕਿਸੇ ਦੀ 1000 ਸਾਲ, ਉਹ ਦੂਜਿਆਂ ਨੂੰ ਬਾਲਕ ਕਹਿ ਕੇ ਬੁਲਾਉਂਦੇ। ਆਪਣੇ ਮਨਾਂ ਵਿੱਚ ਗੁਰੂ ਨਾਨਕ ਦੇਵ ਜੀ ਦਾ ਅਥਾਹ ਸਤਿਕਾਰ ਪਿਆਰ ਹੈ, ਪਰ ਜਦੋਂ ਕੋਈ ਬਾਹਰਲਾ ਮਤ ਦਾ ਬੰਦਾ ਵਚਨ ਕਰਦਾ ਤੇ ਉਹਨੂੰ ਤਾਂ ਹਲੇ ਸਿੱਧਾ ਨੂੰ ਗਿਆਨ ਵੀ ਨਹੀਂ ਸੀ ਕਿ ਇਹ ਕਿੰਨੇ ਵੱਡੇ ਨੇ। ਸਤਿਗੁਰੂ ਦੇ ਬਾਹਰਲੇ ਆਕਾਰ ਨੂੰ, ਸਰੂਪ ਨੂੰ ਦੇਖ ਕੇ ਉਹ ਬਾਲਕ ਹੀ ਕਹਿੰਦੇ ਜੇ ਬਾਲਕ ਜੇਕਰ ਸਾਡੇ ਜੋਗ ਭੇਖ ਧਾਰ ਕਰ ਲਵੇ, ਜੇ ਧਾਰਨ ਕੀਤਾ ਇਸ ਨੇ, ਤਾਂ ਜੋਗ ਪੰਥ ਨੂੰ ਕਲਯੁਗ ਵਿੱਚ ਪ੍ਰਗਟ ਕਰ ਦੇਵੇਗਾ। ਸਾਡਾ ਹਰ ਥਾਂ ਦੇ ਉੱਤੇ ਡੰਕਾ ਵੱਜ ਜਾਵੇਗਾ। ਸੋ ਗੋਸ਼ਟੀਆਂ ਵਿੱਚ ਆਮ ਤੌਰ ਤੇ ਦਾਰਸ਼ਨਿਕ ਵਿਚਾਰਾਂ ਦੀ ਹੀ ਲੇਵਾ ਦੇਵੀ ਹੁੰਦੀ ਹੈ। ਵਾਦ ਵਿਵਾਦ ਵੀ ਚੱਲਦਾ ਹੈ। ਵਿਅੰਗਮਈ ਸ਼ਬਦਾਵਲੀ ਦੀ ਵਰਤੋਂ ਵੀ ਕੀਤੀ ਜਾਂਦੀ ਹੈ ਅਤੇ ਕਈ ਵਾਰੀ ਸੰਜਮ ਤੋਂ ਵੀ ਕੰਮ ਲੈਣਾ ਪੈਂਦਾ। ਗੱਲ ਕੀ ਜਿਸ ਤਰ੍ਹਾਂ ਦਾ ਵਾਤਾਵਰਨ ਹੋਵੇ ਉਸ ਤਰ੍ਹਾਂ ਦੀ ਵਿਚਾਰਧਾਰਾ ਜ਼ੋਰ ਪਕੜ ਜਾਂਦੀ ਹੈ। ਸੋ ਇਸ ਬਾਣੀ ਵਿੱਚ ਹਠ ਯੋਗ ਦਾ ਭਰਵਾਂ ਖੰਡਨ ਹੈ ਅਤੇ ਸਹਿਜ ਯੋਗ ਅਪਣਾਉਣ ਲਈ ਗੁਰਮਤਿ ਦ੍ਰਿਸ਼ਟੀਕੋਣ ਨੂੰ ਉਜਾਗਰ ਕੀਤਾ। ਸਿੱਧ ਗੋਸ਼ਟ 73 ਪੌੜੀਆਂ ਤੇ ਆਧਾਰਿਤ ਇੱਕ ਮਹੱਤਵਪੂਰਨ ਰਚਨਾ ਹੈ ਮਹਾਰਾਜ ਜੀ ਦੀ। ਇਸ ਵਿੱਚ ਸਿੱਧਾਂ ਵੱਲੋਂ ਕੀਤੇ ਲਗਭਗ 70 ਪ੍ਰਸ਼ਨ ਹਨ ਜੋ ਜਨ ਸਾਧਾਰਨ ਪੱਧਰ ਦੇ ਨਹੀਂ ਨੇ, ਬਹੁਤ ਉੱਚੇ ਪ੍ਰਸ਼ਨ ਨੇ। ਸਿੱਧ ਗੋਸ਼ਟ ਦਾ ਵਿਸ਼ਾ ਬਹੁਤ ਗੰਭੀਰ ਹੈ, ਇਸ ਲਈ ਵਿਸ਼ਾਲ ਅਨੁਭਵ ਵਾਲਾ ਆਤਮਿਕ ਅਭਿਆਸੀ ਅਥਵਾ ਵਿਚਾਰਸ਼ੀਲ ਪੁਰਸ਼ ਹੀ ਇਸ ਨੂੰ ਪੂਰੀ ਤਰ੍ਹਾਂ ਸਮਝਣ ਦੇ ਯੋਗ ਹੋ ਸਕਦਾ ਹੈ। ਇਹ ਗੋਸ਼ਟੀ ਗੁਰਮਤਿ ਯੋਗ ਅਤੇ ਹਠ ਯੋਗ ਦੇ ਤੁਲਨਾਤਮਕ ਅਧਿਐਨ ਨਾਲ ਭਰੀ ਪਈ ਹੈ। ਗੁਰ ਸ਼ਬਦ ਰਤਨਾਕਰ ਮਹਾਨ ਕੋਸ਼ ਵਿੱਚ ਸਿੱਧ ਗੋਸ਼ਟ ਦੇ ਅਰਥ ਭਾਈ ਕਾਹਨ ਸਿੰਘ ਜੀ ਨੇ ਇਸ ਪ੍ਰਕਾਰ ਅੰਕਿਤ ਕੀਤੇ ਨੇ ਕਿ ਸੰਗਿਆ ਸਿੱਧਾਂ ਦੀ ਗੋਸ਼ਟ ਸਭਾ ਹੋਈ, ਉਹਨਾਂ ਦੇ ਨਾਲ ਸਿੱਧਾਂ ਨਾਲ ਪ੍ਰਸ਼ਨ ਉੱਤਰ ਰਾਮਕਲੀ ਰਾਗ ਵਿੱਚ 73 ਪਦਾਂ ਦੀ ਸਤਿਗੁਰੂ ਨਾਨਕ ਦੇਵ ਜੀ ਦੀ ਇੱਕ ਬਾਣੀ, ਜਿਸ ਵਿੱਚ ਸਿੱਧਾਂ ਨਾਲ ਪ੍ਰਸ਼ਨੋਤਰ ਹੁੰਦੇ ਹਨ ਔਰ ਯੋਗੀਆਂ ਨੂੰ ਪਰਮਾਰਥ ਦਾ ਉਪਦੇਸ਼ ਹੈ। ਗੁਰਮਤਿ ਮਾਰਗੀਆਂ ਲਈ ਇਸ ਬਾਣੀ ਵਿੱਚ ਦਿੱਤੇ ਸਿਧਾਂਤ ਉਤਨੇ ਹੀ ਮਹੱਤਵਪੂਰਨ ਅਤੇ ਉਪਯੋਗੀ ਹਨ ਜਿਤਨੇ ਕਿ ਜਪਜੀ ਸਾਹਿਬ ਦੀ ਬਾਣੀ ਵਿੱਚ। ਆਪਣੇ ਪੱਖ ਦੀ ਪੂਰਤੀ ਕਰਨੀ ਵੀ ਇੱਕ ਪ੍ਰਕਾਰ ਦੀ ਸੁਘੜਤਾਈ ਤੇ ਸਿਆਣਪ ਹੁੰਦੀ ਹੈ। ਪਰ ਗੁਰੂ ਨਾਨਕ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਜਿਹੜਾ ਮਹਾਰਾਜ ਦਾ ਮੱਤ ਹੈ, ਇਹ ਕੂੜ ਤੇ ਪਖੰਡ ਨੂੰ ਵੰਗਾਰਨਾ ਤੇ ਸੱਚੀ ਗੱਲ ਧੜਕ ਹੋ ਕੇ ਆਖਣੀ, ਇਹ ਇਕਾਤਮਕ ਆਚਰਨ ਦੀ ਸਿਖਰ ਆਖੀ ਜਾ ਸਕਦੀ ਹੈ। ਸੰਸਾਰ ਦੇ ਲਿਖਾਰੀ ਆਪਣੇ ਤੋਂ ਪਹਿਲਾਂ ਹੋਏ ਵਿਦਵਾਨਾਂ ਦੀਆਂ ਲਿਖੀਆਂ ਹੋਈਆਂ ਗੋਸ਼ਟੀਆਂ ਨੂੰ ਵੇਖ ਕੇ ਅਥਵਾ ਆਧਾਰ ਬਣਾ ਕੇ ਆਪਣੀ ਅਕਲ ਤੇ ਸ਼ਬਦਾਵਲੀ ਨੂੰ ਉਘਾੜ ਕੇ ਗੋਸ਼ਟੀਆਂ ਕਰਦੇ ਤੇ ਲਿਖਦੇ ਰਹੇ, ਪਰ ਇਹ ਪਹਿਲੀ ਸਫਲ ਗੋਸ਼ਟੀ ਹੈ ਜੋ ਨਿਰੰਕਾਰ ਜੀ ਦੇ ਮੰਡਲ ਵਿੱਚ ਭਿੱਜੇ ਹੋਏ ਅਨੁਭਵੀ ਵਿਚਾਰਾਂ ਤੇ ਸਿਧਾਂਤਾਂ ਨਾਲ ਵਿਕਸਿਤ ਹੋ ਕੇ ਮਾਤ ਲੋਕ ਦੇ ਜੀਆਂ ਨੂੰ ਪ੍ਰਾਪਤ ਹੋਈ ਹੈ। ਇਤਨੇ ਉੱਚੇ ਪਾਏ ਦੀ ਰਚਨਾ ਅਧਿਆਤਮਕ ਖੇਤਰ ਵਿੱਚ ਕਿਤੇ ਨਜ਼ਰ ਨਹੀਂ ਪੈਂਦੀ। ਇਹ ਬਾਣੀ ਸ਼ਾਂਤੀ ਪ੍ਰਦਾਨ ਕਰਨ ਵਾਲੀ ਹੈ। ਭਾਈ ਸਾਹਿਬ ਗੁਰਦਾਸ ਜੀ ਦੇ ਬਚਨਾਂ ਦਾ ਹਵਾਲਾ ਸਾਡੀ ਅਗਵਾਈ ਲਈ ਮੌਜੂਦ ਹੈ। ਸੋ ਜਿਨ੍ਹਾਂ ਨੇ ਉਚਾਰਨ ਕੀਤਾ, ਬਾਬੇ ਕੀਤੀ ਸਿੱਧ ਗੋਸ਼ਟ
ਸ਼ਬਦ ਸ਼ਾਂਤ ਸਿੱਧੀ ਵਿੱਚ ਆਈ। ਜਿਣ ਮੇਲਾ ਸ਼ਿਵਰਾਤ ਦਾ, ਜਿਣ ਤੋਂ ਭਾਵ ਜਿੱਤਣਾ। ਖਟ ਦਰਸ਼ਨ ਆਦੇਸ਼ ਕਰਾਈ, ਸਿੱਧ ਬੋਲਨ ਸ਼ੁਭ ਬਚਨ। ਧੰਨ ਨਾਨਕ ਤੇਰੀ ਵੱਡੀ ਕਮਾਈ, ਧੰਨ ਨਾਨਕ ਤੇਰੀ ਵੱਡੀ ਕਮਾਈ। ਸਿੱਧ ਗੋਸ਼ਟ ਦੀ ਰਚਨਾ ਕਦੋਂ, ਕਿਸ ਨਾਲ ਤੇ ਕਿਸ ਥਾਂ ਤੇ ਹੋਈ, ਇਸ ਬਾਰੇ ਕੋਈ ਇਤਿਹਾਸਕ ਹਵਾਲਾ ਨਹੀਂ ਮਿਲਦਾ। ਹਾਂ, ਅਮੀਰ ਭੰਡਾਰ ਜੋ ਸਟੀਕ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸ੍ਰੀ ਅੰਮ੍ਰਿਤਸਰ ਸਾਹਿਬ ਵਾਲੀ ਟਕਸਾਲ ਭਾਈ ਮਨੀ ਸਿੰਘ ਜੀ ਵੱਲੋਂ ਚਲਾਈ ਗਈ, ਸੱਤੋ ਕੀ ਗਲੀ ਵਾਲੀ ਟਕਸਾਲ ਵੀ ਕਹਿੰਦੇ, ਸੰਤ ਕਿਰਪਾਲ ਸਿੰਘ ਜੀ ਅਮੀਰ ਭੰਡਾਰ ਵਾਲਿਆਂ ਨੇ ਲਿਖਿਆ ਕਿ ਸ੍ਰੀ ਕਰਤਾਰਪੁਰ ਸਾਹਿਬ ਜਦੋਂ ਗੁਰੂ ਅੰਗਦ ਦੇਵ ਮਹਾਰਾਜ ਆਏ ਸਨ, ਸ਼ਰਧਾ ਭਾਵਨਾ ਨਾਲ ਰਹਿਣ ਲੱਗੇ, ਤਾਂ ਉਦੋਂ ਜਦੋਂ ਗੁਰੂ ਨਾਨਕ ਦੇਵ ਜੀ ਮਹਾਰਾਜ ਵੇਲੇ ਇਹ ਬਾਣੀ ਦਾ ਪਾਠ ਗੁਰਸਿੱਖ ਕਰਿਆ ਕਰਦੇ ਸੀ। ਜਪਜੀ ਸਾਹਿਬ, ਦੱਖਣੀ ਓਂਕਾਰ, ਸਿੱਧ ਗੋਸ਼ਟ, ਇਹ ਬਾਣੀਆਂ ਪੜ੍ਹਦਿਆਂ ਵਿਚਾਰ ਆਈ ਕਿ ਇਹ ਬੇਨਤੀ ਕਰੀਏ ਮਹਾਰਾਜ ਨੂੰ। ਤਦੋਂ ਗੁਰੂ ਨਾਨਕ ਦੇਵ ਜੀ ਨੂੰ ਗੁਰੂ ਅੰਗਦ ਦੇਵ ਮਹਾਰਾਜ ਨੇ ਬੇਨਤੀ ਕੀਤੀ ਸੀ ਕਿ ਮਹਾਰਾਜ ਇਹ ਸਿੱਧ ਗੋਸ਼ਟ ਜੋ ਰਚਨਾ ਹੈ ਆਪ ਜੀ ਦੀ, ਇਹ ਕਿਹਦੇ ਨਾਲ ਪ੍ਰਸ਼ਨ ਉੱਤਰ ਹੋਏ ਨੇ। ਉਸ ਵਕਤ ਗੁਰੂ ਨਾਨਕ ਦੇਵ ਮਹਾਰਾਜ ਨੇ ਬਚਨ ਕੀਤਾ ਸੀ, ਭਾਈ ਇਹ ਜਦੋਂ ਅਸੀਂ ਸੁਮੇਰ ਪਰਬਤ ਤੇ ਗਏ ਹਾਂ ਤੇ ਅਚਲ ਬਟਾਲੇ ਵੱਲ ਗਏ ਹਾਂ, ਸੁਮੇਰ ਪਰਬਤ ਤੇ ਕੁਝ ਪ੍ਰਸ਼ਨ ਉੱਤਰ ਜਪਜੀ ਸਾਹਿਬ ਦੇ, ਅਤੇ ਉਦੋਂ ਬਾਅਦ ਇਹ ਸਿੱਧ ਗੋਸ਼ਟ ਜਿਹੜੀ ਹੈ ਅਚਲ ਬਟਾਲੇ ਵਾਲੇ ਥਾਂ ਤੇ। ਤੋਂ ਇਸ ਪ੍ਰਕਾਰ ਜਿੱਥੇ ਵੀ ਸਿੱਧਾਂ ਦੇ ਨਾਲ ਗੋਸ਼ਟ, ਉੱਥੇ ਜੇ ਆਪਾਂ ਦਰਸ਼ਨ ਕਰੀਏ, ਬਟਾਲਾ ਨਗਰ ਤੋਂ ਉਰਲੇ ਪਾਸੇ ਇੱਕ ਅਚਲ ਬਟਾਲਾ ਸਥਾਨ ਪੈਂਦਾ, ਸਿੱਧਾਂ ਦਾ ਵੀ ਸਥਾਨ ਬਣਿਆ ਹੋਇਆ ਉੱਥੇ ਕਈ ਪ੍ਰਕਾਰ ਦੀਆਂ ਚਰਚਾਵਾਂ ਹੋਈਆਂ ਸਿੱਧਾਂ ਦੇ ਨਾਲ। ਹਰ ਇੱਕ ਨੇ ਆਪੋ ਆਪਣੇ ਵਿਚਾਰ ਰੱਖੇ ਨੇ। ਜਿਸ ਪ੍ਰਕਾਰ ਭਾਈ ਵੀਰ ਸਿੰਘ ਜੀ ਨੇ ਪੰਜ ਗ੍ਰੰਥੀ ਸਟੀਕ ਵਿੱਚ ਇਸ ਬਾਰੇ ਇਸ ਤਰ੍ਹਾਂ ਬਚਨ ਕੀਤੇ ਨੇ ਕਿ ਇਹ ਬਾਣੀ ਗੋਰਖ ਦੇ ਜੋਗ ਮਤ ਦੇ ਵੜਕਿਆਂ ਨਾਲ, ਜਿਨ੍ਹਾਂ ਨੂੰ ਸਿੱਧ ਕਹਿੰਦੇ ਸਨ, ਹੋਈ ਵਿਚਾਰ ਤੋਂ ਬਾਅਦ ਇਸ ਤਰ੍ਹਾਂ ਲਿਖੀ ਗਈ ਹੈ ਕਿ ਉਸ ਵੇਲੇ ਦੇ ਸਿਧਾਂਤ ਵਿਰੋਲੇ ਹੋਏ ਸਦਾ ਲਈ ਕੰਮ ਆਉਣ। ਗੋਸ਼ਟ ਪਦ ਦਾ ਅਰਥ ਹੈ ਗਊਆਂ ਦੇ ਖੜਨ ਦੀ ਥਾਂ, ਦੂਸਰਾ ਅਰਥ ਹੈ ਇਕੱਠ, ਵਾਰਤਾਲਾਪ, ਵਿਚਾਰ, ਮੁਬਾਹਿਸਾ। ਪੁਰਾਤਨ ਜਨਮ ਸਾਖੀ ਦਾ ਲੇਖਕ ਇਸ ਗੋਸ਼ਟ ਨੂੰ ਗੋਰਖ ਹਟੜੀ ਵਿੱਚ ਹੋਈ ਲਿਖਦਾ ਹੈ, ਪਰ ਇਸ ਸਾਖੀ ਤੋਂ ਪੁਰਾਤਨ ਭਾਈ ਗੁਰਦਾਸ ਜੀ ਹਨ। ਉਹ ਦੱਸਦੇ ਹਨ ਕਿ ਗੋਸ਼ਟ ਅਚਲ ਬਟਾਲੇ ਵਿੱਚ ਸਿੱਧਾਂ ਨਾਲ ਹੋਈ ਅਤੇ ਇਸ ਦਾ ਚੰਗਾ ਵਿਸਥਾਰਵਾਂ ਹਾਲ ਉਹ ਆਪਣੀ ਪਹਿਲੀ ਵਾਰ ਦੀਆਂ 39 ਤੋਂ 44 ਤੱਕ 6 ਪੌੜੀਆਂ ਵਿੱਚ ਦਿੰਦੇ ਹਨ। ਇਹ ਵੀ ਦੱਸਦੇ ਨੇ ਕਿ ਇਸ ਦੇ ਅਸਰ ਨਾਲ ਸਿੱਧਾਂ ਨੇ ਸ੍ਰੀ ਗੁਰੂ ਜੀ ਦੇ ਸ਼ਬਦ ਸਿਧਾਂਤ ਨੂੰ ਮੰਨ ਕੇ ਸ਼ਾਂਤੀ ਪ੍ਰਾਪਤ ਕੀਤੀ ਤੇ ਗੁਰੂ ਜੀ ਨੂੰ ਵਿਜੈਮਾਨ ਹੋ ਕੇ 6ਵਾਂ ਹੀ ਦਰਸ਼ਨਾਂ ਤੋਂ ਵਡਿਆਈ ਮਿਲੀ। ਬਾਬੇ ਕੀਤੀ ਸਿੱਧ ਗੋਸ਼ਟ ਸ਼ਬਦ ਸ਼ਾਂਤ ਸਿੱਧਾਂ ਵਿੱਚ ਆਈ, ਜਿਣ ਮੇਲਾ ਸ਼ਿਵਰਾਤ ਦਾ ਖਟ ਦਰਸ਼ਨ ਆਦੇਸ਼ ਕਰਾਈ। ਸਿੱਧ ਬੋਲਣ ਸ਼ੁਭ ਬਚਨ, ਧੰਨ ਨਾਨਕ ਤੇਰੀ ਵੱਡੀ ਕਮਾਈ। ਵੱਡਾ ਪੁਰਖ ਪ੍ਰਗਟਿਆ, ਕਲਯੁਗ ਅੰਦਰ ਜੋਤ ਜਗਾਈ। ਸਿੱਧ ਗੋਸ਼ਟ ਦੇ ਅੰਤ ਵਿੱਚ ਆਪਣੇ ਨਿਮਰੀ ਭੂਤ ਤਰੀਕੇ ਅਨੁਸਾਰ ਇਹ ਗੱਲ ਸਤਿਗੁਰੂ ਜੀ ਨੇ ਆਪ ਵੀ ਦਰਸਾਈ ਹੈ। ਸੋ ਇਸ ਬਾਰੇ ਡਾਕਟਰ ਕਿਰਪਾਲ ਸਿੰਘ ਕਰਤਾ ਜਨਮ ਸਾਖੀ ਪਰੰਪਰਾ ਨੇ ਕੁਝ ਫੁੱਟ ਨੋਟ ਦਿੱਤੇ ਨੇ। ਭਾਈ ਵੀਰ ਨੇ ਵਿਚਾਰਾਂ ਨਾਲ ਸੰਮਤੀ ਵੀ ਪ੍ਰਗਟਾਈ ਹੈ। ਉਹ ਲਿਖਦੇ ਨੇ ਕਿ ਵਿਲਾਇਤ ਵਾਲੀ ਜਨਮ ਸਾਖੀ ਵਿੱਚ ਗੁਰੂ ਸਾਹਿਬ ਦੀ ਬਾਣੀ ਸਿੱਧ ਗੋਸ਼ਟ ਗੋਰਖ ਹਟੜੀ ਜੋ ਪਿਸ਼ਾਵਰ ਵਿੱਚ ਲਿਖੀ ਦੱਸੀ ਜਾਂਦੀ ਹੈ, ਤੇ ਭਾਈ ਬਾਲੇ ਵਾਲੀ ਜਨਮ ਸਾਖੀ ਵਿੱਚ ਟਿੱਲਾ ਬਾਲ ਗੁੰਦਾਈ ਜ਼ਿਲ੍ਹਾ ਜੇਹਲਮ ਵਿੱਚ ਭਾਈ ਗੁਰਦਾਸ ਜੀ ਨੇ ਗੁਰੂ ਜੀ ਦਾ ਸਿੱਧ ਗੋਸ਼ਟ ਨੂੰ ਅਚਲ ਬਟਾਲੇ ਲਿਖਣਾ ਦੱਸਿਆ ਹੈ, ਜੋ ਠੀਕ ਜਾਪਦਾ ਹੈ। ਵਲਾਇਤ ਵਾਲੀ ਜਨਮ ਸਾਖੀ ਵਿੱਚ ਸੁਮੇਰ ਪਰਬਤ ਤੋਂ ਅਚਲ ਆਉਣਾ ਲਿਖਿਆ ਹੈ ਤੇ ਭਾਈ ਗੁਰਦਾਸ ਜੀ ਨੇ ਕਰਤਾਰਪੁਰ ਤੋਂ ਆਉਣਾ ਲਿਖਿਆ। ਮਿਹਰਬਾਨ ਦੀ ਜਨਮ ਸਾਖੀ ਹਿੱਸਾ ਦੂਜਾ ਤੇ ਭਾਈ ਮਨੀ ਸਿੰਘ ਦੀ ਜਨਮ ਸਾਖੀ ਵਿੱਚ ਕਰਤਾਰਪੁਰ ਤੋਂ ਅਚਲ ਜਾਣਾ ਲਿਖਿਆ, ਜੋ ਠੀਕ ਹੈ। ਇਉਂ ਜਾਪਦਾ ਹੈ ਕਿ ਗੁਰੂ ਸਾਹਿਬ ਵੱਖ-ਵੱਖ ਮਤ ਮਤਾਂਤਰਾਂ ਦੀ ਜਾਣਕਾਰੀ ਕਰਵਾਉਣ ਲਈ ਭਾਈ ਲਹਿਣੇ ਨੂੰ ਅੱਡ-ਅੱਡ ਥਾਵਾਂ ਤੇ ਲੈ ਗਏ ਸਨ, ਭਾਵ ਗੁਰੂ ਅੰਗਦ ਦੇਵ ਮਹਾਰਾਜ ਜੀ ਨੂੰ। ਅਚਲ ਬਟਾਲੇ ਭਾਈ ਲਹਿਣਾ ਜੀ ਨਾਲ ਜਾਣ ਦਾ ਵਰਣਨ ਜਨਮ ਸਾਖੀ ਮਿਹਰਬਾਨ ਹਿੱਸਾ ਦੂਜਾ ਨੇ ਸਪਸ਼ਟ ਰੂਪ ਵਿੱਚ ਕੀਤਾ ਹੈ। ਭਾਈ ਮਨੀ ਸਿੰਘ ਜੀ ਦੀ ਜਨਮ ਸਾਖੀ ਵਿੱਚ ਅਚਲ ਜਾਣ ਦੀ ਸਾਖੀ ਭਾਈ ਲਹਿਣੇ ਦੇ ਮਿਲਣ ਤੋਂ ਪਿੱਛੋਂ ਆਉਂਦੀ ਹੈ ਤੇ ਲਹਿਣੇ ਦਾ ਨਾਲ ਜਾਣਾ ਠੀਕ ਜਾਪਦਾ ਹੈ। ਕੁਝ ਵਿਦਵਾਨਾਂ ਦਾ ਇਹ ਅਨੁਮਾਨ ਹੈ ਕਿ ਇਹ ਰਚਨਾ ਗੁਰੂ ਬਾਬਾ ਜੀ ਨੇ ਆਪਣੇ ਜੀਵਨ ਦੇ ਆਖਰੀ ਪੜਾਅ ਵਿੱਚ ਕੀਤੀ ਹੋਵੇਗੀ, ਜਿਹੜਾ ਕਿ ਆਪ ਜੀ ਨੇ ਕਰਤਾਰਪੁਰ ਗੁਜ਼ਾਰਿਆ ਸਮਾਂ। ਜਪ ਬਾਣੀ ਦੀ ਭੂਮਿਕਾ ਵੀ ਸਿੱਧਾਂ ਨਾਲ ਜੋੜੀ ਜਾਂਦੀ ਹੈ, ਕਿਉਂਕਿ 28 ਤੋਂ 31 ਤੱਕ 4 ਪੌੜੀਆਂ ਵਿੱਚ ਜੋਗੀਆਂ ਦੇ ਚਿੰਨ੍ਹ, ਮੁੰਦਰਾ, ਪੱਤ, ਝੋਲੀ, ਵਿਭੂਤ, ਡੰਡਾ
ਆਦਿਕ ਸ਼ਬਦਾਂ ਦੀ ਵਰਤੋਂ ਅਤੇ ਆਦੇਸ਼ ਜੋਗੀਆਂ ਦੀ ਨਮਸਕਾਰ ਕਰਨ ਵਾਲੀ ਸ਼ਬਦਾਵਲੀ ਅੰਕਿਤ ਹੈ। ਸਾਖੀਕਾਰਾਂ ਨੇ ਸਾਖੀਆਂ ਆਪਣੀ ਕਲਪਨਾ ਸ਼ਕਤੀ ਨਾਲ ਹੀ ਘੜੀਆਂ ਨੇ, ਇਸ ਲਈ ਲੋੜੀਂਦੇ ਤੱਥ ਉਪਲਬਧ ਨਹੀਂ ਹਨ। ਪਰ ਇੱਕ ਚੀਜ਼ ਆਪਾਂ ਇਹ ਵੀ ਦੇਖ ਲਈਏ ਕਿ ਕਿਉਂਕਿ ਬ੍ਰਹਮ ਗਿਆਨੀ ਮਹਾਂਪੁਰਸ਼ ਤ੍ਰਿਕਾਲਦਰਸ਼ੀ ਹੁੰਦੇ ਨੇ, ਇਹ ਹੁਣ ਰੂਹਾਨੀ ਚੀਜ਼ਾਂ ਆ ਜਾਂਦੀਆਂ ਨੇ। ਜਦੋਂ ਆਮ ਸੰਸਾਰ ਦੇ ਵਿੱਚ ਵਿਚਰਦਿਆਂ ਹੋਇਆਂ ਦਾਸ ਨੇ ਵੀ ਦੇਖਿਆ ਕਿ ਸਾਡੀ ਸੰਗਤ ਦੇ ਵਿੱਚ ਜਾਂ ਸਾਡੇ ਪੰਥ ਦੇ ਵਿੱਚ 100 ਵਿੱਚੋਂ 1% ਸਿਰਫ ਰੂਹਾਨੀ ਗੁਰਮੁਖ ਪਿਆਰੇ ਮੈਨੂੰ ਹੁਣ ਤੱਕ ਮਿਲੇ ਨੇ। ਜੇ ਕੁਝ ਗੁਪਤ ਵੀ ਮੰਨ ਲਓ ਤਾਂ 2% ਲਾ ਲਓ ਜਿਹੜੇ ਹਾਲੇ ਤੱਕ ਨਹੀਂ ਮਿਲੇ। 2% ਜਿਹੜੇ ਸਾਡੇ ਰੂਹਾਨੀ ਉੱਚ ਕੋਟੀ ਦੇ ਮਹਾਂਪੁਰਸ਼ ਉਹ ਜੋ ਵੀ ਬਚਨ ਕਰਦੇ ਨੇ, ਉਹਨਾਂ ਨੇ ਆਪਣੀ ਦਿਵ ਦ੍ਰਿਸ਼ਟੀ ਨਾਲ ਸਾਰਾ ਕੁਝ ਦੇਖਿਆ ਹੁੰਦਾ। ਅੱਜ ਦੇ ਯੁੱਗ ਵਿੱਚ ਜਿਤਨੇ ਵੀ ਪੜ੍ਹੇ ਲਿਖੇ ਵੀਰ ਨੇ, ਬੁੱਧੀਮਾਨ ਜੀਵ ਨੇ, ਉਹ ਲਿਖਤੀ ਰੂਪ ਵਿੱਚ ਹਰ ਚੀਜ਼ ਨੂੰ ਮੰਗਦੇ ਨੇ। ਪਰ ਕਈ ਚੀਜ਼ਾਂ ਐਸੀਆਂ ਨੇ ਜਿਹੜੀਆਂ ਲਿਖਤੀ ਰੂਪ ਵਿੱਚ ਨਹੀਂ ਵੀ ਸਾਡੇ ਪਾਸ ਆ ਸਕੀਆਂ, ਔਰ ਉਹਨਾਂ ਦਾ ਅਸੀਂ ਨਿਸਤਾਰਾ ਮਹਾਂਪੁਰਸ਼ਾਂ ਪਾਸੋਂ ਹੀ ਕਰਦੇ ਹਾਂ। ਪਰ ਹੁਣ ਤ੍ਰਿਕਾਲਦਰਸ਼ੀ ਭਾਈ ਵੀਰ ਸਿੰਘ ਜੀ ਅਤੇ ਡਾਕਟਰ ਕਿਰਪਾਲ ਸਿੰਘ ਦੇ ਉਪਰੋਕਤ ਨਿਰਣੈ ਨਾਲ ਸਹਿਮਤ ਹੋਣ ਨਾਲ ਵੀ ਇਹ ਗੱਲ ਸਪਸ਼ਟ ਨਹੀਂ ਹੁੰਦੀ, ਕਿਉਂਕਿ ਭਾਈ ਸਾਹਿਬ ਗੁਰਦਾਸ ਜੀ ਦੀ ਪਹਿਲੀ ਵਾਰ ਦੀ 27ਵੀਂ ਪੌੜੀ ਸਤਿਗੁਰੂ ਨਾਨਕ ਪ੍ਰਗਟਿਆ ਮਿਟੀ ਧੁੰਦ ਜਗ ਚਾਨਣ ਹੋਆ, ਉਹਨਾਂ ਤੋਂ ਬਾਅਦ 28ਵੀਂ ਪੌੜੀ ਦੀਆਂ ਆਰੰਭਕ ਪੰਕਤੀਆਂ ਤੋਂ ਸਪਸ਼ਟ ਹੈ ਕਿ ਪਹਿਲਾਂ ਗੁਰੂ ਬਾਬਾ ਜੀ ਸੁਮੇਰ ਪਰਬਤ ਤੇ ਗਏ। ਇਹ ਆਪਣੀ ਵਿਚਾਰ ਹਲੇ ਚੱਲ ਰਹੀ ਹੈ ਕਿ ਕਿਸਨੇ ਕੀ ਲਿਖਿਆ ਹੈ, ਜਿਨ੍ਹਾਂ ਦੇ ਵਿੱਚੋਂ ਸਾਡੇ ਕੋਲ ਸਭ ਤੋਂ ਵੱਡੇ ਲਿਖਾਰੀ ਭਾਈ ਗੁਰਦਾਸ ਜੀ ਹਨ। ਉਹ ਫਰਮਾਉਂਦੇ ਨੇ, ਬਾਬੇ ਡਿੱਠੀ ਪ੍ਰਿਥਵੀ ਨਵੈ ਖੰਡ ਜਿੱਥਾ ਤੱਕ ਆਹੀ, ਫਿਰ ਜਾਏ ਚੜਿਆ ਸੁਮੇਰ ਪਰ ਸਿੱਧ ਮੰਡਲੀ ਦ੍ਰਿਸ਼ਟੀ ਆਈ, 84 ਸਿੱਧ ਗੋਰ ਖਾਦ ਮਨ ਅੰਦਰ ਗਿਣਤੀ ਵਰਤਾਈ, ਸਿੱਧ ਪੁੱਛਣ ਸੁਣ ਬਾਲਿਆ ਕੌਣ ਸਖਤ ਤੋਹੇ ਇੱਥੇ ਲਿਆਈ, ਹਉ ਜਪਿਆ ਪਰਮੇਸ਼ਰੋ। ਧੰਨ ਗੁਰੂ ਨਾਨਕ ਦੇਵ ਜੀ ਫਰਮਾਉਂਦੇ ਨੇ, ਹਉ ਜਪਿਆ ਪਰਮੇਸ਼ਰੋ ਭਾਉ ਭਗਤ ਸੰਗ ਤਾੜੀ ਲਾਈ, ਆਖਣ ਸਿੱਧ ਸੁਣ ਬਾਲਿਆ ਆਪਣਾ ਨਾਉ ਤੁਮ ਦੇਹੋ ਬਤਾਈ, ਬਾਬਾ ਆਖੇ ਨਾਥ ਜੀ ਨਾਨਕ ਨਾਮ ਜਪੇ ਗਤ ਪਾਈ, ਨੀਚ ਕਹਾਏ ਊਚ ਘਰ ਆਈ। ਸੋ ਅਚਲ ਬਟਾਲੇ ਦਾ ਜ਼ਿਕਰ ਅੱਗੇ ਪੌੜੀ 39 ਵਿੱਚ ਆਉਂਦਾ ਹੈ। ਸਿੱਧ ਗੋਸ਼ਟ ਵਿੱਚੋਂ ਕਿਸੇ ਥਾਂ ਦਾ ਸੰਕੇਤ ਨਹੀਂ ਮਿਲਦਾ ਜਿੱਥੇ ਕਿ ਇਹ ਗੋਸ਼ਟੀ ਹੋਈ ਹੋਵੇ। ਸਿੱਧਾਂ ਨਾਲ ਗੋਸ਼ਟੀ ਕਈ ਥਾਵਾਂ ਤੇ ਹੋਈ ਹੈ, ਸੁਮੇਰ ਪਰਬਤ ਤੇ, ਗੋਰ ਖੱਟੜੀ ਪਿਸ਼ਾਵਰ ਵਿੱਚ, ਨਾਨਕ ਮੱਤੇ ਅਤੇ ਅਚਲ ਬਟਾਲੇ ਆਦਿ। ਪਰ ਅਚਲ ਬਟਾਲੇ ਤੋਂ ਪਹਿਲਾਂ ਗੋਸ਼ਟੀ ਦਾ ਸਥਾਨ ਸੁਮੇਰ ਪਰਬਤ ਪ੍ਰਸਿੱਧ ਹੈ। ਸੋ ਇਸ ਤੱਥ ਦੀ ਪੁਸ਼ਟੀ ਵੱਖ-ਵੱਖ ਸਾਰੀਆਂ ਜਨਮ ਸਾਖੀਆਂ ਤੋਂ ਹੋ ਜਾਂਦੀ ਹੈ। ਗੁਰੂ ਬਾਬਾ ਜੀ ਪੰਜਾਬ ਦੀ ਧਰਤੀ ਤੇ ਵਿਚਰ ਰਹੇ ਸਨ ਤੇ ਅਚਲ ਬਟਾਲਾ ਕਿਹੜਾ ਦੂਰ ਸੀ। ਜੋ ਸਿੱਧ ਗੋਸ਼ਟ ਇੱਥੇ ਹੁੰਦੀ ਤਾਂ ਸਿੱਧਾਂ ਨੂੰ ਕਵਨ ਤੁਮੇ ਕਿਆ ਨਾਉ ਤੁਮਾਰਾ ਪੁੱਛਣ ਦੀ ਕੀ ਲੋੜ ਸੀ। ਕੀ ਚਰਪਟ ਨੇ ਗੁਰੂ ਨਾਨਕ ਦੇਵ ਜੀ ਦਾ ਨਾਉ ਕਦੇ ਨਹੀਂ ਸੁਣਿਆ ਹੋਵੇਗਾ? ਇਹ ਪ੍ਰਸ਼ਨ ਸੁਮੇਰ ਵਾਲੇ ਸਿੱਧਾਂ ਦਾ ਪੁੱਛਣਾ ਹੀ ਠੀਕ ਲੱਗਦਾ ਹੈ, ਕਿਉਂਕਿ ਸਿੱਧ ਤਾਂ ਪਹਾੜਾਂ ਵਿੱਚ ਛੁਪੇ ਹੋਏ ਸਨ। ਉਹਨਾਂ ਦਾ ਨਾਨਕ ਨਾਂ ਤੋਂ ਅਗਿਆਤ ਹੋਣਾ ਸੁਭਾਵਿਕ ਹੀ ਸੀ। ਸਿੱਧ ਛਪ ਬੈਠੇ ਪਰਬਤੀ ਕੌਣ ਜਗਤ ਕਉ ਪਾਰ ਉਤਾਰਾ। ਧੰਨ ਗੁਰੂ ਨਾਨਕ ਦੇਵ ਜੀ ਨੇ ਜੋਗੀਆਂ ਵੱਲੋਂ ਕੀਤੇ ਔਖੇ ਤੋਂ ਔਖੇ ਪ੍ਰਸ਼ਨਾਂ ਦਾ ਉੱਤਰ ਜਿਸ ਸੰਜਮ, ਨਿਮਰਤਾ ਤੇ ਪ੍ਰਭਾਵਸ਼ਾਲੀ ਢੰਗ ਨਾਲ ਦਿੱਤਾ ਹੈ, ਉਸ ਦੀ ਮਿਸਾਲ ਸੰਸਾਰ ਦੇ ਸਾਰੇ ਇਤਿਹਾਸ ਵਿੱਚੋਂ ਮਿਲਣੀ ਔਖੀ ਹੈ। ਸੋ ਇਹ ਗੁਰੂ ਨਾਨਕ ਪਾਤਸ਼ਾਹ ਜੀ ਦਾ ਵਡੱਪਣ ਹੈ ਕਿ ਆਪ ਜੀ ਨੇ ਸਰਬ ਸ਼ਕਤੀਮਾਨ ਹੁੰਦੇ ਹੋਏ ਵੀ ਆਪਣੇ ਆਪ ਨੂੰ ਵੱਡਾ ਨਹੀਂ ਜਣਾਇਆ ਤੇ ਨਾ ਹੀ ਆਪਣੇ ਅਨੁਭਵੀ ਵਿਚਾਰਾਂ ਨੂੰ ਲੋਕਾਂ ਪਾਸੋਂ ਲੁਕਾ ਕੇ ਰੱਖਿਆ ਹੈ। ਕਲਯੁਗੀ ਜੀਵਾਂ ਦੇ ਕਲਿਆਣ ਲਈ ਗੁਹਜ ਗਿਆਨ ਨੂੰ ਸਰਲ ਭਾਵਾਂ ਵਿੱਚ ਪ੍ਰਤਿਪਾਦਨ ਕਰਨਾ ਆਪ ਜੀ ਦੀ ਇੱਕ ਵੱਡੀ ਅਮੋਲਕ ਦੇਣ ਹੈ। ਸੋ ਇਸ ਬਾਣੀ ਦਾ ਕੇਂਦਰੀ ਵਿਸ਼ਾ ਰਹਾਉ ਵਾਲੀ ਪੰਕਤੀ ਤੋਂ ਸਾਹਮਣੇ ਆ ਜਾਂਦਾ ਹੈ। ਰਹਾਉ ਦੀਆਂ ਪੰਕਤੀਆਂ ਹਨ ਸਿੱਧ ਗੋਸ਼ਟ ਦੀਆਂ। ਕਿਆ ਭਵੀਐ ਸੱਚ ਸੂਚਾ ਹੋਏ, ਸਾਚ ਸ਼ਬਦ ਬਿਨ ਮੁਕਤ ਨਾ ਕੋਏ। ਸੋ ਗੁਰਦੇਵ ਪਿਤਾ ਜੀ ਨੇ ਗ੍ਰਸਤੀ ਜੀਵਨ ਛੱਡ ਕੇ ਜੰਗਲਾਂ ਤੇ ਕੰਦਰਾਂ ਵਿੱਚ ਹਠ ਯੋਗ ਨਾਲ ਸ਼ਕਤੀਆਂ ਪ੍ਰਾਪਤ ਕਰਨ ਵਾਲੀ
ਕਿਰਿਆ ਨੂੰ ਨਕਾਰਿਆ ਤੇ ਇਕਾਂਤੀ ਹੋਣ ਦੀ ਨਿਸ਼ਾਨੀ ਦੱਸੀ। ਰਹਿ ਇਕਾਂਤ ਏਕੋ ਮਨ ਵਸਿਆ, ਆਸਾ ਮਾਹਿ ਨਿਰਾਸੋ। ਇਸ ਗੋਸ਼ਟੀ ਵਿੱਚ ਕਈ ਵਿਸ਼ੇ ਹਨ ਜਿਨ੍ਹਾਂ ਨੂੰ ਵੱਖ-ਵੱਖ ਪੌੜੀਆਂ ਵਿੱਚ ਰੂਪਮਾਨ ਕੀਤਾ ਗਿਆ ਹੈ। ਸਾਰ ਅੰਸ਼ ਅਤੇ ਸਿਧਾਂਤ ਵਿੱਚ ਇਹਨਾਂ ਬਾਰੇ ਵਿਸ਼ੇਸ਼ ਜਾਣਕਾਰੀ ਆਪਾਂ ਨੂੰ ਨਾਲ-ਨਾਲ ਮਿਲਦੀ ਰਹੇਗੀ। ਵੈਸੇ ਤਾਂ ਹਰੇਕ ਗੋਸ਼ਟੀ ਵਿੱਚ ਜਿੱਤ ਹਾਰ ਦਾ ਸਪਸ਼ਟ ਵਰਣਨ ਹੁੰਦਾ, ਪਰ ਸਿੱਧ ਗੋਸ਼ਟ ਵਿੱਚ ਇਸ ਸੰਕੇਤ ਦੀ ਅਣਹੋਂਦ ਹੈ। ਸੁਘੜ ਪਾਠਕ ਇਸ ਵਿਚਾਰ ਗੋਸ਼ਟੀ ਦੀ ਗੋਂਦ ਤੇ ਪ੍ਰਭਾਵ ਤੋਂ ਭਾਂਪ ਸਕਦੇ ਹਨ ਕਿ ਧੰਨ ਗੁਰੂ ਨਾਨਕ ਜੀ ਆਰੰਭ ਤੋਂ ਹੀ ਅੰਤ ਤੱਕ ਸਿੱਧਾ ਤੇ ਭਾਰੂ ਰਹੇ। ਇਸ ਦਾ ਪ੍ਰਤੱਖ ਸਬੂਤ ਇਹ ਹੈ ਕਿ ਸਿੱਧਾਂ ਨੇ ਜਿਤਨੇ ਪ੍ਰਸ਼ਨ ਧੰਨ ਗੁਰੂ ਨਾਨਕ ਦੇਵ ਜੀ ਉੱਤੇ ਕੀਤੇ ਨੇ, ਆਪ ਜੀ ਨੇ ਉਹਨਾਂ ਦੇ ਉੱਤਰ ਬੜੇ ਸੰਜਮ, ਠਰਮੇ ਤੇ ਆਤਮਿਕ ਵਿਸ਼ਵਾਸ ਨਾਲ ਦਿੱਤੇ, ਜਿਨ੍ਹਾਂ ਨੂੰ ਸਿੱਧਾਂ ਨੇ ਸਵੀਕਾਰਿਆ। ਗੁਰੂ ਸਾਹਿਬ ਜੀ ਦਾ ਸਿੱਧਾਂ ਉੱਤੇ ਕੋਈ ਵੀ ਪ੍ਰਸ਼ਨ ਨਾ ਕਰਨਾ ਆਪ ਜੀ ਦੀ ਉਦਾਰਤਾ ਤੇ ਸਰਬੱਗਤਾ ਦੇ ਇੱਕ ਅਤ ਉੱਤਮ ਦਰਸ਼ਨ ਹਨ। ਪ੍ਰਸ਼ਨ ਉਹ ਕਰਦਾ ਜਿਹਦੇ ਅੰਦਰ ਘਾਟ ਹੋਵੇ। ਇਸ ਤਰੀਕੇ ਨਾਲ ਜੋਗੀਆਂ ਦੀ ਘਾਟ ਵੀ ਸਾਹਮਣੇ ਆਈ ਸਾਡੇ ਕਿ ਉਹਨਾਂ ਦੇ ਅੰਦਰ ਘਾਟਾਂ ਜ਼ਰੂਰ ਸਨ, ਕਈ ਗੱਲਾਂ ਛੁਪੀਆਂ ਹੋਈਆਂ ਸਨ, ਜਿਨ੍ਹਾਂ ਗੱਲਾਂ ਨੂੰ ਉਹਨਾਂ ਨੇ ਗੁਰੂ ਨਾਨਕ ਦੇਵ ਜੀ ਤੋਂ ਪੁੱਛ ਕੇ ਹੀ ਆਪਣੀ ਤਸੱਲੀ ਕੀਤੀ, ਜਿਨ੍ਹਾਂ ਪ੍ਰਸ਼ਨਾਂ ਦਾ ਉੱਤਰ ਉਹਨਾਂ ਨੂੰ ਕਿਤੋਂ ਨਹੀਂ ਮਿਲ ਸਕਿਆ। ਸਾਰੇ ਪ੍ਰਸ਼ਨਾਂ ਨੂੰ ਇੱਕ ਪਾਸੇ ਰੱਖ ਕੇ ਜੋਗੀਆਂ ਦਾ ਧਿਆਨ ਸਤਿਗੁਰੂ ਜੀ ਨੇ ਨਾਮ ਨਿਧਾਨ ਉੱਤੇ ਕੇਂਦਰਿਤ ਕਰਨਾ, ਗੁਰਮੁਖ ਪਦ ਦੀ ਵਿਆਖਿਆ ਤੇ ਵਡਿਆਈ ਕਰਨੀ, ਗੋਸ਼ਟੀ ਦੇ ਉਦੇਸ਼ ਨੂੰ ਜਿੱਥੇ ਪੂਰਾ ਕਰਦੀ ਹੈ ਉੱਥੇ ਸ਼ਬਦ ਗੁਰੂ, ਸੁਰਤ ਧੁਨ ਚੇਲਾ ਅਤੇ ਗੁਰਸੰਗਤ ਬਾਣੀ ਬਿਨਾ ਦੂਜੀ ਓਟ ਨਹੀਂ ਹੈ ਰਾਈ ਵਾਲੇ ਦ੍ਰਿੜ ਸੰਕਲਪ ਨੂੰ ਉਜਾਗਰ ਕਰਦੀ ਹੈ। ਨਾਮ ਰਤੇ ਸਿੱਧ ਗੋਸ਼ਟ ਹੋਏ, ਨਾਮ ਰਤੇ ਸਦਾ ਤਪ ਹੋਏ, ਗੁਰਮੁਖ ਰਾਮ ਨਾਮ ਰੰਗ ਰਾਤਾ, ਨਾਨਕ ਗੁਰਮੁਖ ਖਸਮ ਪਛਾਤਾ। ਇਸ ਤਰੀਕੇ ਨਾਲ ਸਤਿਗੁਰੂ ਮਹਾਰਾਜ ਦੇ ਸਿੱਧ ਗੋਸ਼ਟ ਦਾ ਭਾਵ ਹੈ ਸਿੱਧਾਂ ਨਾਲ ਬਹਿ ਕੇ ਵਿਚਾਰ ਕਰਨੀ। ਸਿਆਣੇ ਵਿਦਵਾਨਾਂ ਦੀ ਸੰਗਤ ਹੋਈ, ਮਹਾਂਪੁਰਖਾਂ ਦੀ ਸੰਗਤ ਹੋਈ ਟਕਸਾਲ ਦੇ ਵਿੱਚ। ਉਦੋਂ ਬਾਅਦ ਵੀ ਬਹੁਤ ਸਾਰੇ ਗੁਰਮੁਖਾਂ ਦੀ ਸੰਗਤ ਹੋਈ, ਜਿਨ੍ਹਾਂ ਵਿੱਚੋਂ ਗਿਆਨੀ ਹਰਬੰਸ ਸਿੰਘ ਜੀ ਚੰਡੀਗੜ੍ਹ ਵਾਲੇ ਜਾਂ ਪਟਿਆਲੇ ਜਿਹੜੇ ਰਹਿੰਦੇ ਨੇ, ਕਾਫੀ ਉਹਨਾਂ ਨਾਲ ਦਾਸ ਦਾ ਪਿਆਰ ਅਤੇ ਬਹਿ ਕੇ ਆਪਸ ਵਿੱਚ ਵਾਰਤਾਲਾਪ ਕਰਨੀ, ਉਹਨਾਂ ਦੇ ਸਟੀਕ ਤੋਂ ਕਾਫੀ ਕੁਝ ਮੈਨੂੰ ਮਿਲਿਆ ਅਤੇ ਅਮੀਰ ਭੰਡਾਰ ਵਾਲੀ ਪੁਸਤਕਾਂ, ਪੋਥੀਆਂ ਸ਼ੁਰੂ ਤੋਂ ਲੈ ਕੇ ਪੜ੍ਹੀਆਂ, ਮਹਾਂਪੁਰਖਾਂ ਦੀ ਕਥਾ ਸੁਣੀ, ਆਪਣੇ ਤੁੱਛ ਜੀ ਬੁੱਧੀ ਅਨੁਸਾਰ ਕਾਫੀ ਜ਼ਿਆਦਾ ਪੜਚੋਲ ਕਰਕੇ ਸੰਗਤ ਦੇ ਅੱਗੇ ਸਾਰੀਆਂ ਚੀਜ਼ਾਂ ਲਿਆਉਣ ਦਾ ਯਤਨ ਕਰ ਰਹੇ ਹਾਂ ਤਾਂ ਕਿ ਆਪ ਜੀ ਨੂੰ ਵੀ ਪਤਾ ਚੱਲੇ। ਸੋ ਦਾਸ ਨੇ ਜੋ ਜਪਜੀ ਸਾਹਿਬ ਦੀ ਕਥਾ ਕੀਤੀ ਹੈ, ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਨੂੰ ਸੰਤ ਬਾਬਾ ਸੁੰਦਰ ਸਿੰਘ ਜੀ ਖਾਲਸਾ ਨੇ ਜਿਹੜੇ ਅਰਥ ਪੜ੍ਹਾਏ ਜਪਜੀ ਸਾਹਿਬ ਦੇ, ਸੰਤ ਬਾਬਾ ਸੁੰਦਰ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਸ਼ਾਂ ਨੇ 40 ਦਿਨ ਤੱਕ ਮੂਲ ਮੰਤਰ ਦੀ ਹੋਈ ਕਥਾ ਕੀਤੀ ਸੀ। ਉਹ ਸਾਰਾ ਸਟੀਕ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਨੇ ਛਾਪਿਆ ਤੇ ਉਹਦੇ ਵਿੱਚੋਂ ਹੀ ਦਾਸ ਨੇ ਗਿਆਨ ਪ੍ਰਾਪਤ ਕੀਤਾ, ਕਿਉਂ ਅਸੀਂ ਤੇ ਪ੍ਰਤੱਖ ਕੋਲ ਬਹਿ ਕੇ ਵੀ ਕਥਾ ਉਹਨਾਂ ਤੋਂ ਸੁਣੀ ਹੈ, ਬਾਅਦ ਵਿੱਚ ਸਟੀਕ ਵੀ ਪੜ੍ਹੇ ਅਤੇ ਉਹਦੇ ਵਿੱਚੋਂ ਸਾਰੀ ਜਪਜੀ ਸਾਹਿਬ ਦੀ ਜਿਹੜੀ ਕਥਾ ਹੈ ਉਹ ਆਪਾਂ ਨੂੰ ਸ਼ਰਵਣ ਕਰਨੀ ਚਾਹੀਦੀ ਹੈ ਤਾਂ ਕਿ ਇਹ ਸਿੱਧ ਗੋਸ਼ਟ ਨਾਲ ਬਹੁਤ ਸਾਰੀਆਂ ਚੀਜ਼ਾਂ ਉਹਦੇ ਵਿੱਚੋਂ ਰਲਦੀਆਂ ਆ ਕੇ। ਆਓ ਬੜੇ ਪਿਆਰ ਨਾਲ ਆਪਾਂ ਪ੍ਰਾਰੰਭ ਕਰਦੇ ਹਾਂ ਰਾਮ ਕਲੀ ਮਹੱਲਾ ਪਹਿਲਾ। ਰਾਮ ਕਲੀ ਦਾ ਭਾਵ ਅਰਥ ਵੀ ਜਾਣਿਆ, ਮਹੱਲਾ ਪਹਿਲਾ, ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ, ਸਿੱਧ ਗੋਸ਼ਟ ਇਹਦਾ ਭਾਵ ਵੀ ਆਪਾਂ ਜਾਣ ਲਿਆ ਕਿ ਗੋਸ਼ਟੀ ਕਰਨਾ। ਸਾਰਿਆਂ ਨਾਲੋਂ ਪਹਿਲਾਂ ਸਤਿਗੁਰੂ ਜੀ ਮੰਗਲ ਉਚਾਰਨ ਕਰਦੇ ਨੇ, ਆਸ਼ੀਰਵਾਦ ਲੈਣਾ। ਮੰਗਲ 4 ਪ੍ਰਕਾਰ ਦੇ ਜਿਵੇਂ ਕਹੇ ਨੇ ਸਿਆਣਿਆਂ ਨੇ, ਆਤਮਿਕ ਚਿੰਤਨ ਮੰਗਲ ਜਿਵੇਂ ਕਹਿੰਦੇ ਨੇ। ਸੋ ਇਸ ਤਰੀਕੇ ਨਾਲ ਆਸ਼ੀਰਵਾਦ ਮੰਗਲ, ਆਸ਼ੀਰਵਾਦ ਲੈਣਾ, ਆਤਮਿਕ ਚਿੰਤਨ ਮੰਗਲ, ਇਹ ਸਾਰੇ ਪ੍ਰਕਾਰ ਦੇ ਜਿਹੜੇ ਮੰਗਲ ਕਰਨ ਦਾ ਭਾਵ ਹੈ ਕਿ ਜਿਵੇਂ ਮਹਾਰਾਜ ਨੇ ਬਚਨ ਫਰਮਾਇਆ ਹੈ, ਸਾਹਾ ਗਣਹਿ ਨ ਕਰਹਿ ਵਿਚਾਰ, ਸਾਹੇ ਉੱਪਰ ਏਕ ਓੰਕਾਰ। ਸੋ ਸਭ ਤੋਂ ਪਹਿਲਾਂ ਉਚਾਰਨ ਕਰਦੇ ਨੇ ਇੱਕ ਓੰਕਾਰ। ਇੱਕ ਓੰਕਾਰ ਦਾ ਸਮੁੱਚਾ ਅਰਥ ਲਗਭਗ ਕਰਦਿਆਂ 5 ਦਿਨ ਲੱਗ ਜਾਂਦੇ ਨੇ। ਜਪਜੀ ਸਾਹਿਬ ਦੀ ਕਥਾ ਦੇ ਵਿੱਚ ਸੋ ਇਹ ਆਪ ਜੀ ਨੂੰ ਸਾਰਾ ਕੁਝ ਸਾਹਮਣੇ ਆਵੇਗਾ ਵੀ ਓੰਕਾਰ ਪਹਿਲਿਆਂ ਯੁੱਗਾਂ ਵਿੱਚ
ਕਹਿੰਦੇ ਸਨ ਓੰਗ ਓੰਗ। ਮਹਾਰਾਜ ਗੁਰੂ ਨਾਨਕ ਦੇਵ ਜੀ ਨੇ ਇਹਦੇ ਉੱਤੇ ਅੱਗੇ ਏਕਾ ਲਾਇਆ, ਕਾਰ ਲਾਈ, ਉੱਤੇ ਜਿਹੜੀ ਆ ਜੀ ਦੇਖਦੇ ਹੋ ਇੱਕ ਵੱਡੀ ਸਾਰੀ ਗੋਲ ਲਾਈਨ ਲੱਗੀ ਹੋਈ ਆ, ਕਾਰ, ਓੰਕਾਰ। ਸੋ ਇਹਦਾ ਪੂਰਾ ਵਿਸਥਾਰ ਜਪਜੀ ਸਾਹਿਬ ਦੀ ਕਥਾ ਵਿੱਚ ਸ਼ੁਰੂ ਵਿੱਚ ਹੀ ਹੋਇਆ। ਓੰਕਾਰ ਜੋ ਸਾਰਿਆਂ ਦਾ ਪ੍ਰਕਾਸ਼ਕ ਹੈ, ਜੋ ਕੇਵਲ ਇੱਕੋ ਇੱਕ ਹੈ, ਸਤਿਗੁਰ ਪ੍ਰਸਾਦ। ਸਤਿਗੁਰੂ ਜੀ ਦੀ ਪ੍ਰਸਾਦ ਕਿਰਪਾ ਦੁਆਰਾ ਹੀ ਉਸ ਦੀ ਪ੍ਰਾਪਤੀ ਹੈ। ਸੋ ਇਹ ਅੱਖਰ ਪ੍ਰਸਾਦ ਕਰਕੇ ਨਹੀਂ ਬੋਲਣਾ, ਕਿਉਂਕਿ ਇਹ ਪ੍ਰਸਾਦ ਛਕਣ ਵਾਲਾ ਹੁੰਦਾ। ਪ੍ਰਸਾਦ ਦੱਦੇ ਦੀ ਸਿਹਾਰੀ ਹੈ, ਸੱਸੇ ਨੂੰ ਕੰਨਾ। ਲਘੂ ਅਤੇ ਦੀਰਘ ਅੱਖਰਾਂ ਦਾ ਗਿਆਨ ਹੋਣਾ ਚਾਹੀਦਾ। ਸੋ ਮੈਂ ਕੋਈ ਆਪਣੀ ਵਡਿਆਈ ਲਈ ਜਾਂ ਆਪਣੀ ਮਸ਼ਹੂਰੀ ਵਾਸਤੇ ਨਹੀਂ ਦੱਸ ਰਿਹਾ ਕੋਈ ਵੀ ਚੀਜ਼। ਮੇਰਾ ਤਾਂ ਇੱਕ ਚਾਅ ਹੈ ਕਿ ਸੰਗਤ ਤੱਕ ਘਰ ਘਰ ਬਾਣੀ ਪਹੁੰਚੇ, ਸੰਥਿਆ ਪਹੁੰਚੇ। ਊੜਾ ਐੜਾ ਈੜੀ ਸੱਸਾ ਹਾ ਲਿਖਾਇਆ ਅੰਗਰੇਜ਼ੀ ਦੇ ਢੰਗ ਨਾਲ ਬੱਚਿਆਂ ਨੂੰ, ਜਿਹੜਾ ਉਹ ਇੱਕ DVD ਤਿਆਰ ਕੀਤੀ 7.5 ਘੰਟੇ ਦੀ। ਉਹਦੇ ਵਿੱਚ ਮੁਹਾਰਨੀ, ਊੜਾ ਐੜਾ, ਫਿਰ ਜਪਜੀ ਸਾਹਿਬ ਦੀ ਸੰਥਿਆ, ਜਾਪ ਸਾਹਿਬ ਦੀ ਸੰਥਿਆ, ਸਵਈਏ, ਚੌਪੀ, ਆਨੰਦ ਸਾਹਿਬ, ਰਹਿ ਰਾਸ, ਕੀਰਤਨ, ਸੋਹਿਲਾ, ਇਹਨਾਂ 7 ਬਾਣੀਆਂ ਦੀ ਸੰਥਿਆ ਉਹਦੇ 'ਚ ਕਰਵਾਈ ਹੈ ਤੇ ਦੱਸਿਆ ਕਿ ਕਿਵੇਂ ਬੋਲਣਾ ਹੈ। ਉਹ ਸਿਰਫ ਆਮ ਸੰਗਤਾਂ ਵਾਸਤੇ। ਜਿਹੜੇ ਸਿੰਘ ਟਕਸਾਲ ਵਿੱਚ ਰਹਿ ਕੇ ਸੰਥਿਆ ਕਰਦੇ ਨੇ, ਕਿਉਂਕਿ ਉਹਨਾਂ ਕੋਲ ਤੇ ਫਿਰ ਕਈ ਸਾਲ ਹੁੰਦੇ ਨੇ ਮਿਹਨਤ ਕਰਨ ਨੂੰ, ਤੇ ਉਹਨਾਂ ਦੀ ਤੇ ਕਾਫੀ ਵਿਸ਼ਰਾਮ, ਅਰਧ ਵਿਸ਼ਰਾਮ, ਚੰਗੀ ਤਰ੍ਹਾਂ ਡੂੰਘਾਈ ਸੰਥਿਆ ਹੁੰਦੀ ਹੈ। ਪਰ ਆਮ ਸੰਗਤਾਂ ਵਾਸਤੇ ਵੀ ਕਾਫੀ ਯਤਨ ਕੀਤਾ। ਜੇ ਮੈਂ ਉਸ ਸੰਥਿਆ ਨੂੰ ਟਕਸਾਲੀ ਢੰਗ ਨਾਲ ਜ਼ਿਆਦਾ ਡੂੰਘਾਈ 'ਚ ਲੈ ਜਾਵਾਂ ਤਾਂ ਕਈਆਂ ਦਾ ਅੱਗੇ ਮੈਨੂੰ ਪ੍ਰਸ਼ਨ ਵੀ ਹੋਇਆ ਵੀ ਫੇਰ ਤਾਂ ਅਸੀਂ ਵਾਹਿਗੁਰੂ ਵਾਹਿਗੁਰੂ ਕਰ ਲਿਆ ਕਰੀਏ, ਸਾਤੋਂ ਤਾਂ ਬਾਣੀ ਇੰਨੀ ਡੂੰਘੀ ਪੜ੍ਹੀ ਨਹੀਂ ਜਾਣੀ। ਪਰ ਨਹੀਂ, ਆਪਾਂ ਨੇ ਹਿੰਮਤ ਨਹੀਂ ਹਾਰਨੀ। ਜਿੱਥੇ ਕੰਪਿਊਟਰ ਦੇ ਯੁੱਗ ਵਿੱਚ ਲੋਕ ਕੰਪਿਊਟਰ ਇੰਨੀ ਔਖੀ ਪੜ੍ਹਾਈ ਸਿੱਖ ਜਾਂਦੇ ਨੇ, ਡਾਕਟਰੀ ਕਰ ਜਾਂਦੇ ਨੇ, ਬਹੁਤ ਔਖੀਆਂ ਪੜ੍ਹਾਈਆਂ ਕਰ ਜਾਂਦੇ ਨੇ, ਇਹ ਵੀ ਸਾਨੂੰ ਗੁਰਬਾਣੀ ਦੀ ਸੰਥਿਆ ਜ਼ਰੂਰ ਸਿੱਖਣੀ ਚਾਹੀਦੀ ਹੈ। ਪੱਪੇ ਦੇ ਪੈਰ ਵਿੱਚ ਰਾਰਾ ਹੋਣ ਕਰਕੇ, ਇੱਕ ਜੇ ਪੂਰਾ ਰਾਰਾ ਹੁੰਦਾ ਤੇ ਹੁੰਦਾ ਪਾਰਸਾਦ। ਕਈ ਕਹਿੰਦੇ ਆ ਪ੍ਰਸ਼ਾਦ, ਇਹ ਨਹੀਂ, ਪ੍ਰਸਾਦ। ਦੱਦੇ ਦੀ ਸਿਹਾਰੀ ਵੀ ਟਕਸਾਲੀ ਢੰਗ ਵਿੱਚ ਦੱਸਿਆ ਸਾਨੂੰ ਬੋਲਣੀ ਹੈ। ਜੇ ਆਪਾਂ ਸਿਹਾਰੀ ਛੱਡ ਦਿੰਦੇ ਹਾਂ ਤਾਂ ਇਹ ਅੱਖਰ ਬਣਦਾ ਪ੍ਰਸਾਦ, ਦ, ਕੱਲਾ ਹੀ ਦੱਦਾ। ਸਿਹਾਰੀ ਕਹਿੰਦੀ ਆ ਦੇ, ਪ੍ਰਸਾਦ। ਇਸ ਤਰੀਕੇ ਨਾਲ ਸੰਥਿਆ ਕਰਾਉਣ ਵੇਲੇ ਇਸ ਤਰ੍ਹਾਂ ਵਰਤਿਆ ਜਾਂਦਾ ਢੰਗ ਕਿ ਜਿਵੇਂ ਆਪਾਂ ਕੀਰਤਨ ਸਿੱਖਦੇ ਹਾਂ। ਕੀਰਤਨ ਸਿਖਾਉਣ ਵਾਲੇ ਸਾਰਿਆਂ ਨਾਲੋਂ ਪਹਿਲਾਂ ਸਾਰੇ ਗਾਮਾ ਪਾਧਾ ਨੀਸਾ ਜਦੋਂ ਸਿਖਾਉਂਦੇ ਨੇ, ਤਾਂ ਜਦੋਂ ਕੀਰਤਨ ਸਿੱਖਣ ਵਾਲਾ ਵਿਦਿਆਰਥੀ ਸਿੱਖਦਾ ਸਾ ਰੇ ਗਾਮਾ ਪਾਧਾ ਨੀਸਾ, ਉਹ ਫਿਰ ਅੱਗੇ 11 12 15 ਸਰਗਮਾਂ ਸਿਖਾਉਂਦੇ ਨੇ, ਸਾ ਗਾ ਰੇ ਮਾ। ਉਦੋਂ ਦੇਖਣ ਵਾਲਾ ਬੰਦਾ ਹੱਸਦਾ ਵੀ ਇਹ ਕੀ ਕਰੀ ਜਾਂਦਾ ਬੈਠਾ। ਪਰ ਜਦੋਂ ਉਹੀ ਫਿਰ ਹੌਲੀ ਹੌਲੀ ਉਸ 'ਚੋਂ ਮਾਹਰ ਹੋ ਕੇ, ਉਹ ਕੀਰਤਨ ਦੀ ਮੁਹਾਰਨੀ ਹੈ, ਉਹਦੇ ਵਿੱਚੋਂ ਮਾਹਰ ਹੋ ਕੇ ਵੱਡੇ ਵੱਡੇ ਰਾਗੀ, ਵੱਡੇ ਵੱਡੇ ਰਾਗ ਸਿੱਖ ਜਾਂਦੇ ਨੇ। ਇਸੇ ਤਰ੍ਹਾਂ ਹੀ ਸੰਥਿਆ ਦੇ ਵਿੱਚ ਪਹਿਲਾਂ ਸਿਖਾਉਣ ਵੇਲੇ ਸਾਨੂੰ ਜ਼ਿਆਦਾ ਅੱਖਰ ਬੁਲਾਏ ਜਾਂਦੇ ਨੇ। ਹੌਲੀ ਹੌਲੀ ਉਹੀ ਅੱਖਰ ਜਿਹੜੇ ਨੇ ਅਸੀਂ ਤਾਂ ਬੋਲਦੇ ਹਾਂ, ਪਰ ਸੁਣਨ ਵਾਲੇ ਨੂੰ ਇਉਂ ਲੱਗਦਾ ਹੁੰਦਾ ਵੀ ਸ਼ਾਇਦ ਇਹਨੇ ਨਹੀਂ ਬੋਲਿਆ। ਉਹੀ ਅੱਖਰ ਹੌਲੀ ਹੌਲੀ ਘਟ ਜਾਂਦੇ ਨੇ। ਸਿੱਖਣ ਵੇਲੇ ਪ੍ਰਸਾਦ ਦੇ ਇਉਂ ਬੋਲਦੇ ਆ, ਫਿਰ ਜਦੋਂ ਪੂਰੀ ਤਰ੍ਹਾਂ ਟ੍ਰੇਨਡ ਹੋ ਜਾਂਦੇ ਆ, ਫਿਰ ਇੱਕ ਓੰਕਾਰ ਸਤਿਗੁਰ ਪ੍ਰਸਾਦ, ਫਿਰ ਦੱਦੇ ਦੀ ਉਹ ਸਿਹਾਰੀ ਬੋਲੀ ਜ਼ਰੂਰ ਜਾਂਦੀ ਹੈ। ਜੇ ਸਿਹਾਰੀ ਨਾ ਬੋਲਾਂਗੇ ਤਾਂ ਪ੍ਰਸਾਦ ਆ, ਫਿਰ ਦਾ ਹੀ ਆਵਾਜ਼ ਦਿੰਦਾ। ਆਓ ਸਤਿਗੁਰੂ ਮਹਾਰਾਜ ਬਖਸ਼ਿਸ਼ ਕਰ ਰਹੇ ਨੇ, ਫਰਮਾਉਂਦੇ ਹਨ, ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ, ਸਤਨਾਮ ਸ੍ਰੀ ਵਾਹਿਗੁਰੂ। ਵਾਹਿਗੁਰੂ ਜੀ ਸਿੱਧ ਸਭਾ ਕਰ ਆਸਣ ਬੈਠੇ, ਸੰਤ ਸਭਾ ਜੈਕਾਰੋ। ਸਤਿਗੁਰੂ ਮਹਾਰਾਜ ਫਰਮਾਉਂਦੇ ਹਨ ਕਿ ਸਿੱਧ ਗੋਸ਼ਟ ਦਾ ਪਹਿਲਾ ਪਦਾ ਭੂਮਿਕਾ ਵਜੋਂ ਹੈ। ਇਉਂ ਪ੍ਰਤੀਤ ਹੁੰਦਾ ਹੈ ਕਿ ਜਿਵੇਂ ਕਿ ਗੁਰੂ ਬਾਬਾ ਜੀ ਸਿੱਧ ਗੋਸ਼ਟ ਬਾਣੀ ਗੁਰੂ ਅੰਗਦ ਦੇਵ ਜੀ ਜਾਂ ਹੋਰ ਸੰਗਤਾਂ ਨੂੰ ਸੁਣਾ ਰਹੇ ਹੋਣ, ਕਿਉਂਕਿ ਗੋਸ਼ਟੀ ਵਿੱਚ ਪ੍ਰਸ਼ਨੋਤਰੀ ਦਾ ਆਰੰਭ ਰਹਾਉ ਵਾਲੀ ਪੰਕਤੀ ਤੋਂ ਬਾਅਦ ਹੁੰਦਾ। ਆਓ ਫਰਮਾਉਂਦੇ ਕੀ ਹਨ, ਸਿੱਧ ਸਭਾ ਕਰ ਆਸਣ ਬੈਠੇ, ਸੰਤ ਸਭਾ ਜੈਕਾਰੋ। ਸਿੱਧ ਆਪਣੀ ਸਭਾ ਲਾ ਕੇ ਆਪੋ ਆਪਣੇ ਆਸਣ ਉੱਤੇ ਬੈਠੇ ਹੋਏ ਸਨ। ਉਹਨਾਂ ਨੇ ਸੰਤ ਸਭਾ ਵੇਖ ਕੇ ਨਮਸਕਾਰ ਕੀਤੀ। ਤਿਸ ਆ ਗੈ ਰਹਿ ਰਾਸ ਹਮਾਰੀ, ਸਾਚਾ ਅਪਰ ਅਪਾਰੋ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਬਚਨ ਕਿਹਾ ਕਿ ਸਾਡੀ ਉਸ ਅੱਗੇ ਨਮਸਕਾਰ ਹੈ ਜੋ ਸਦਾ ਸਥਿਰ ਰਹਿਣ ਵਾਲਾ ਪਰਮੇਸ਼ਰ ਪਰੇ ਤੋਂ ਪਰੇ ਬੇਅੰਤ ਹੈ। ਜਿਵੇਂ ਆਪ ਜੀ ਨੇ ਬਚਨ ਫਰਮਾਇਆ ਨਾ ਜਪਜੀ ਸਾਹਿਬ ਵਿੱਚ, ਆਦੇਸ਼ ਤਿਸੈ ਆਦੇਸ਼। ਸਿੱਧਾਂ ਨੇ ਗੁਰੂ ਨਾਨਕ ਦੇਵ ਜੀ ਨੂੰ
ਸੁਮੇਰ ਪਰਬਤ ਤੇ ਕਿਹਾ ਸੀ ਬਚਨ ਆਦੇਸ਼, ਇਹਦਾ ਭਾਵ ਹੁੰਦਾ ਨਮਸਕਾਰ। ਗੁਰੂ ਨਾਨਕ ਦੇਵ ਜੀ ਨੇ ਉੱਪਰ ਨੂੰ ਆਪਣਾ ਹਸਤ ਕਮਲ ਉਠਾ ਕੇ ਕਿਹਾ ਪ੍ਰਮਾਤਮਾ ਵੱਲ ਤਿਸੈ ਆਦੇਸ਼, ਉਹ ਪ੍ਰਮਾਤਮਾ ਨੂੰ ਭਾਈ ਨਮਸਕਾਰ ਕਰੋ, ਉਹਨੂੰ ਮੱਥਾ ਟੇਕੋ ਜੋ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ, ਉਹ ਜੁਗਾਂ ਜੁਗੰਤਰਾ ਤੋਂ ਜਿਹਦਾ ਇੱਕੋ ਹੀ ਵੇਸ ਹੈ। ਸਤਿਗੁਰੂ ਕਹਿੰਦੇ ਸਾਡਾ ਮਨ ਕੀ ਕਰਦਾ ਹੈ, ਮਸਤਕ ਕਾਟ ਧਰੀ ਤਿਸ ਆਗੈ ਤਨ ਮਨ ਆਗੈ ਦੇਓ। ਕਹਿੰਦੇ ਮੇਰਾ ਚਿੱਤ ਕਰਦਾ ਕਿ ਮੈਂ ਆਪਣਾ ਸਿਰ ਸਰੀਰ ਤੇ ਮਨ ਕੱਟ ਕੇ ਉਸ ਸੰਤ ਆਤਮਾ ਅੱਗੇ ਰੱਖ ਦਿਆਂ, ਭਾਵ ਭੇਟਾ ਕਰ ਦਿਆਂ, ਕਿਉਂਕਿ ਮਹਾਰਾਜ ਫਰਮਾਉਂਦੇ ਨੇ ਨਾਨਕ ਸੰਤ ਮਿਲੈ ਸੱਚ ਪਾਈਐ ਸਹਿਜ ਪਾਏ ਜਸ ਲਿਓ। ਕਿਉਂਕਿ ਸਤਿਗੁਰੂ ਜੀ ਫਰਮਾਉਂਦੇ ਹਨ ਕਿ ਜੇ ਸੰਤ, ਇੱਥੇ ਸੰਤ ਤੋਂ ਭਾਵ ਪੂਰਨ ਗੁਰੂ ਦਾ ਵੀ ਅਰਥ ਹੈ ਅਥਵਾ ਪੂਰਨ ਬ੍ਰਹਮ ਗਿਆਨ ਵਿੱਚ ਰੱਤੇ ਹੋਏ ਮਹਾਪੁਰਸ਼। ਸਾਧ ਸੰਗਤ ਜੀ, ਸੰਤ ਬਾਬਾ ਗੁਰਬਚਨ ਸਿੰਘ ਜੀ ਮਹਾਪੁਰਸ਼ਾਂ ਨੇ ਇੱਕ ਵਾਰ ਬਚਨ ਕੀਤਾ ਸੀ, ਪੁਰਾਣਿਆਂ ਸਿੰਘਾਂ ਤੋਂ ਸੁਣਿਆ, ਕਹਿੰਦੇ ਭਾਈ ਇੱਕ ਸਮਾਂ ਆਊਗਾ ਜਦੋਂ ਮਹਾਪੁਰਖਾਂ ਦਾ ਕਾਲ ਪੈ ਜਾਊਗਾ, ਦੁਨੀਆ ਤੇ ਕੋਈ ਮਹਾਪੁਰਖ ਮਿਲੂਗਾ ਨਹੀਂ ਆਪਾਂ ਨੂੰ। ਸੋ ਅੱਜ ਦੇ ਸਮੇਂ ਦੇ ਵਿੱਚ 2-4 ਮਹਾਪੁਰਖ ਬੜੀ ਮੁਸ਼ਕਲ ਨਾਲ ਮੇਰੀ ਨਿਗਾਹ 'ਚ ਨੇ, ਜਿਹੜੇ ਬ੍ਰਹਮ ਗਿਆਨ ਵਿੱਚ ਰੱਤੇ ਨੇ ਔਰ ਚੁੱਪ ਰਹਿੰਦੇ ਨੇ, ਉਹ ਕਿਸੇ ਨਾਲ ਬਚਨ ਹੀ ਨਹੀਂ ਕਰਦੇ, ਹਰ ਵਕਤ ਬਾਣੀ ਹੀ ਪੜ੍ਹੀ ਜਾਣੀ, ਜਿਨ੍ਹਾਂ ਵਿੱਚ ਮੌਜੂਦਾ ਮੁਖੀ ਟਕਸਾਲ ਦੇ ਧੰਨ ਧੰਨ ਬਾਬਾ ਠਾਕੁਰ ਸਿੰਘ ਜੀ 14 ਸਾਲ ਦੀ ਉਮਰ ਤੋਂ ਜਿਨ੍ਹਾਂ ਨੇ ਬਾਣੀ ਪੜ੍ਹਨੀ ਸ਼ੁਰੂ ਕੀਤੀ, ਸੇਵਾ ਕਰਨੀ ਸ਼ੁਰੂ ਕੀਤੀ, ਜੋ ਥਾਂ-ਥਾਂ ਵਿਚਰਦੇ ਨੇ, ਸਿਰਫ ਗੁਰਬਾਣੀ ਸੁਣਦੇ ਨੇ, ਬਸ ਬਹੁਤਾ ਬੋਲਣਾ ਨਹੀਂ। ਜੇ ਕਿਸੇ ਗੁਰਸਿੱਖ ਦਾ ਜੀਵਨ ਦੇਖਣਾ ਹੋਵੇ ਤਾਂ ਉਹਨਾਂ ਨੂੰ ਦੇਖ ਸਕਦੇ ਹਾਂ, ਤਿਆਰ ਪਰ ਤਿਆਰ, ਜਿਵੇਂ ਸੰਤ ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇੜੇ ਵਾਲੇ, ਤਿਆਰ ਪਰ ਤਿਆਰ ਮਹਾਂਪੁਰਸ਼। ਸੋ ਇਸ ਤਰੀਕੇ ਦੇ ਨਾਲ ਟਕਸਾਲ ਦੇ ਸਾਰੇ ਮਹਾਂਪੁਰਖਾਂ ਦਾ ਤਾਂ ਕਹਿਣਾ ਹੀ ਕੀ ਹੈ, ਜਿਨ੍ਹਾਂ ਨੇ ਇੱਕ ਗੁਰਸਿੱਖ ਸਿੰਘ ਵਾਲਾ ਜੀਵਨ ਬਤੀਤ ਕੀਤਾ। ਸੋ ਸਾਡਾ ਕਹਿਣ ਦਾ ਭਾਵ ਕਿ ਜਦੋਂ ਸਤਿਗੁਰੂ ਜੀ ਮਿਲ ਜਾਣ, ਸਤਿਗੁਰੂ ਦੇ ਪਿਆਰੇ ਮਿਲ ਜਾਣ, ਤਾਂ ਸੱਚ ਤੋਂ ਭਾਵ ਪਰਮਾਤਮਾ ਨੂੰ ਪਾ ਲਈਦਾ। ਇਸ ਤਰ੍ਹਾਂ ਕਹਿੰਦੇ ਮੈਂ ਸਹਿਜ ਸੁਭਾਵਕ ਹੀ ਹਰੀ ਦਾ ਜਸ ਕੀਰਤਨ ਰੂਪ ਲਾਹਾ ਲੈਂਦਾ ਰਹਾ, ਮਹਾਂਪੁਰਖਾਂ ਨੂੰ ਮਿਲਦਾ ਰਹਾ, ਅਤੇ ਸਤਿਗੁਰੂ ਜੀ ਸਾਰਿਆਂ ਨਾਲੋਂ ਸ਼੍ਰੋਮਣੀ ਨੇ। ਕਲਯੁਗ ਦਾ ਸਮਾਂ ਹੈ, ਜੇ ਕੋਈ ਬ੍ਰਹਮ ਗਿਆਨ ਤੱਕ ਪਹੁੰਚਿਆ ਵੀ ਹੋਇਆ ਗੁਪਤ ਬੈਠਾ ਹੈ। ਮੇਰੀ ਨਿੱਜੀ ਰਾਏ ਸਾਰਿਆਂ ਲਈ ਇੱਕੋ ਹੀ ਕਿ ਗੁਰੂ ਗ੍ਰੰਥ ਸਾਹਿਬ ਹੀ ਇਸ ਵਕਤ ਸਹੀ ਅਗਵਾਈ ਕਰ ਰਹੇ ਨੇ ਸਾਰਿਆਂ ਦੀ। ਜਿਵੇਂ ਸੰਤ ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇੜੇ ਵਾਲਿਆਂ ਦੇ ਜੀਵਨ ਨੂੰ ਆਪ ਨੇ ਪੜ੍ਹਿਆ, ਦਾਸ ਨੇ ਤਾਂ ਖੈਰ ਉਹਨਾਂ ਦੀ ਸੰਗਤ ਬਹੁਤ ਕੀਤੀ ਹੈ। ਉਹ ਕਿਹਾ ਕਰਦੇ ਸੀ ਵੀ ਸਾਡੇ ਪਿੰਡ ਛੱਪੜ ਤੇ ਇੱਕ ਆ ਕੇ ਸਾਧੂ ਜਟਾਂ ਵਾਲਾ ਬੈਠਾ, 12 ਸਾਲ ਮੈਂ ਸੇਵਾ ਕੀਤੀ, 12ਵੇਂ ਸਾਲ ਜਦੋਂ ਜਾ ਕੇ ਕਿਹਾ ਬਾਬਾ ਜੀ ਮੇਰੇ ਤੇ ਕਿਰਪਾ ਕਰੋ, ਕਹਿੰਦੇ ਜਟਾਂ ਰੱਖ ਸਵਾਹ ਮਲ ਪਿੰਡੇ ਨੂੰ ਫੇਰ ਕੁਛ ਦੇਵਾਂਗੇ। ਬਾਬਾ ਜੀ ਕਹਿੰਦੇ ਮੇਰੀ ਅੱਖਾਂ 'ਚ ਅੱਥਰੂ ਆ ਗਏ ਵੀ 12 ਸਾਲ ਇਹਦੀ ਸੇਵਾ ਕੀਤੀ ਤੇ ਮਿਲਿਆ ਕੱਖ ਨਹੀਂ, ਸਵਾਹ ਮਿਲੀ। ਕਹਿਣ ਲੱਗੇ ਮੈਂ ਘਰ ਆ ਕੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਸੀ, ਘਰ ਮੱਥਾ ਟੇਕ ਕੇ ਉੱਚੀ ਉੱਚੀ ਰੋਇਆ ਕਿ ਸੱਚੇ ਪਾਤਸ਼ਾਹ ਜੇ ਇਹ 12 ਸਾਲ ਮੈਂ ਤੇਰੀ ਸੇਵਾ ਕਰਦਾ ਤਾਂ ਮੈਨੂੰ ਅੱਜ ਸਭ ਕੁਝ ਮਿਲ ਜਾਣਾ ਸੀ। ਕਹਿੰਦੇ ਮੈਂ ਫਿਰ ਗੁਰੂ ਗ੍ਰੰਥ ਸਾਹਿਬ ਨੂੰ ਇਹੀ ਬੇਨਤੀ ਕੀਤੀ ਕਿ ਹੇ ਗੁਰੂ ਗ੍ਰੰਥ ਸਾਹਿਬ, ਅੱਜ ਤੋਂ ਤੂੰ ਹੀ ਮੇਰਾ ਸੰਤ ਹੈ, ਤੂੰ ਹੀ ਮੇਰਾ ਸਾਧੂ ਹੈ, ਤੂੰ ਹੀ ਮੇਰਾ ਗੁਰੂ ਹੈ, ਤੂੰ ਹੀ ਮੇਰਾ ਸਭ ਕੁਝ ਹੈ, ਤੂੰ ਹੀ ਮੇਰਾ ਵਾਹਿਗੁਰੂ ਹੈ, ਬਸ ਮੇਰਾ ਅੱਜ ਤੋਂ ਸਭ ਕੁਝ ਤੂੰ ਹੀ ਹੈ। ਮਹਾਂਪੁਰਖ ਕਹਿੰਦੇ ਨੇ ਮੈਂ ਗੁਰੂ ਗ੍ਰੰਥ ਸਾਹਿਬ ਦੇ ਪੁੱਛੇ ਤੋਂ ਬਿਨਾਂ ਇੱਕ ਕਦਮ ਵੀ ਨਹੀਂ ਪੁੱਟਦਾ, ਹੁਕਮਨਾਮਾ ਲਏ ਤੋਂ ਬਿਨਾਂ ਮੈਂ ਕੋਈ ਕਰਮ ਨਹੀਂ ਕਰਦਾ। ਔਰ ਕੀ ਨਹੀਂ ਦਿੱਤਾ ਗੁਰੂ ਗ੍ਰੰਥ ਸਾਹਿਬ ਨੇ ਮੈਨੂੰ, ਸਭ ਕੁਝ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੈ, ਸਾਰਾ ਕੁਝ ਗੁਰੂ ਗ੍ਰੰਥ ਸਾਹਿਬ ਹੀ ਬਖਸ਼ਿਸ਼ ਕਰਦੇ ਨੇ। ਲੋਕਾਂ ਦਾ ਯਕੀਨ ਨਹੀਂ ਹੈ, ਗੁਰੂ ਗ੍ਰੰਥ ਸਾਹਿਬ ਬਹੁਤ ਵੱਡੀ ਹਸਤੀ ਨੇ, ਪਰ ਇਹ ਹੈ ਜਿਨ੍ਹਾਂ ਦੇ ਮਨ ਦੇ ਅੰਦਰ ਸ਼ਰਧਾ ਹੈ ਉਹੀ ਗੁਰੂ ਗ੍ਰੰਥ ਸਾਹਿਬ ਤੋਂ ਸਭ ਕੁਝ ਪ੍ਰਾਪਤ ਕਰ ਲੈਣਗੇ। ਸਤਿਗੁਰੂ ਜੀ ਵੀ ਇਹੀ ਕਹਿੰਦੇ ਨੇ ਕਿ ਮੈਨੂੰ ਤਾਂ ਮੇਰੇ ਸਤਿਗੁਰੂ ਦੀ ਸੰਗਤ ਦਿਓ, ਮੈਨੂੰ ਮੇਰੀਆਂ ਪਿਆਰੀਆਂ ਸੰਗਤਾਂ ਮਿਲ ਜਾਣ, ਬਸ ਮੈਨੂੰ ਇਸੇ ਗੱਲ ਵਿੱਚ ਹੀ ਆਨੰਦ ਹੈ। ਸੋ ਇਸ ਤਰੀਕੇ ਨਾਲ ਸਤਿਗੁਰੂ ਮਹਾਰਾਜ ਜੀ ਹੁਣ ਰਹਾਉ ਦੀਆਂ ਪੰਕਤੀਆਂ ਉਚਾਰਨ ਕਰਦੇ ਨੇ ਕਿ ਆ ਭਵੀਐ ਸੱਚ ਸੂਚਾ ਹੋਏ, ਸਾਚ ਸ਼ਬਦ ਬਿਨ ਮੁਕਤ ਨ ਕੋਏ। ਰਹਾਉ ਫਰਮਾਉਂਦੇ ਨੇ ਕਿਉਂਕਿ ਇਹ ਰਹਾਉ ਵਾਲੀ ਪੰਕਤੀ ਹੀ ਸਿੱਧ ਗੋਸ਼ਟ ਦਾ ਸਾਰ ਹੈ ਅਸਲ ਵਿੱਚ। ਸੋ ਫਰਮਾਉਂਦੇ ਨੇ ਮਹਾਰਾਜ ਜੀ ਕਿ ਸਿੱਧਾਂ ਨੂੰ ਸੰਬੋਧਨ ਕਰਦੇ ਹੋਏ ਕਿ ਸਿਧਾਂਤਕ ਨੁਕਤੇ ਨਾਲ ਜੋੜਨ ਲੱਗੇ ਨੇ। ਮਹਾਰਾਜ ਕਹਿੰਦੇ ਘਰ ਬਾਹਰ ਛੱਡ ਕੇ ਦੇਸ਼ ਦਸੰਤਰਾਂ ਪਹਾੜਾਂ ਤੇ ਜੰਗਲਾਂ ਵਿੱਚ ਫਿਰਨ ਨਾਲ ਕੀ ਬਣਦਾ ਹੈ, ਜਦੋਂ ਕਿ ਸੱਚ ਦੁਆਰਾ ਹੀ ਸੁੱਚਾ ਭਾਵ ਪਵਿੱਤਰ ਹੋਈਦਾ ਹੈ। ਕਿਆ ਭਵੀ ਹੈ, ਸੱਚ ਸੂਚਾ ਹੋਏ। ਸੱਚ ਦੇ ਚੱਚੇ ਦੀ ਸਿਆਰੀ ਕਹਿੰਦੀ ਸੱਚ ਦੁਆਰਾ,
ਫੇਰ ਹੀ ਜੀਵ ਸੁੱਚਾ ਹੁੰਦਾ। ਜਿਵੇਂ ਮਹਾਰਾਜ ਨੇ ਆਸਾ ਦੀ ਵਾਰ ਦੇ 'ਚ ਹੀ ਬਚਨ ਕੀਤਾ ਨਾ, ਸੂਚੇ ਇਹ ਨਾ ਆਖੀਐ ਬਹਿਨ ਜੇ ਪਿੰਡਾ ਧੋਏ, ਸੂਚੇ ਸਈ ਨਾਨਕਾ ਜਿਨ ਮਨ ਵਸਿਆ ਸੋਏ। ਸੋ ਮਹਾਰਾਜ ਕਹਿੰਦੇ ਤਾਈਓ ਪਵਿੱਤਰ ਹੋਈਦਾ, ਐਵੇਂ ਥਾਂ ਥਾਂ ਭਵੀਐ ਤੋਂ ਭਾਵ ਭਟਕਣ ਨਾਲ ਕੀ ਮਿਲ ਜਾਏਗਾ। ਫਰੀਦਾ ਜੰਗਲ ਜੰਗਲ ਕਿਆ ਭਵੈ, ਕੀ ਐਵੇਂ ਜੰਗਲਾਂ 'ਚ ਕਾਹੇ ਰੇ ਬਨ ਖੋਜਣ ਜਾਈ। ਵਾਹਿਗੁਰੂ ਤਾਂ ਹਿਰਦੇ 'ਚ ਹੀ ਨੇ, ਵਸੀ ਰੱਬ ਹਿਆਲੀ ਹੈ, ਜੰਗਲ ਕਿਆ ਢੂੰਡੇ। ਸਤਿਗੁਰੂ ਫਿਰ ਫਰਮਾਉਂਦੇ ਨੇ, ਸਾਚ ਸ਼ਬਦ ਬਿਨ ਮੁਕਤ ਨਾ ਕੋਇ ਰਹਾਓ। ਸਤਿਗੁਰੂ ਦੇ ਸੱਚੇ ਉਪਦੇਸ਼ ਦੀ ਕਮਾਈ ਤੋਂ ਬਿਨਾ ਜਿਹੜੀ ਜੀਵਨ ਮੁਕਤੀ ਪ੍ਰਾਪਤ ਨਹੀਂ ਹੋ ਸਕਦੀ। ਜਿਤਨਾ ਮਰਜ਼ੀ ਕੋਈ ਜ਼ੋਰ ਲਾ ਲਵੇ। ਰਹਾਓ ਵਿਸ਼ਰਾਮ ਦੀਆਂ ਪੰਕਤੀਆਂ ਨੇ, ਸਨਾਬੀ ਟੀਕਾ ਹੈ, ਸਾਰੇ ਸ਼ਬਦ ਦਾ ਸਾਰ ਹੈ। ਸਤਿਗੁਰੂ ਮਹਾਰਾਜ ਕਹਿੰਦੇ ਨੇ ਕਿ ਜਿਨ੍ਹਾਂ ਨੇ ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ ਨੂੰ ਕਮਾਇਆ ਹੈ ਨਾ, ਜਿਨ੍ਹਾਂ ਨੇ ਅੱਜ ਦੇ ਯੁੱਗ ਵਿੱਚ ਜੇ ਕਹੀਏ ਵੀ ਖੰਡੇ ਬਾਟੇ ਦਾ ਅੰਮ੍ਰਿਤ ਛਕ ਲਓ ਭਾਈ, ਸਾਰੇ ਜਣੇ ਗੁੱਸਾ ਕਰ ਲੈਂਦੇ ਨੇ। ਬਹੁਤ ਲੋਕ ਨੇ ਔਖਾ ਜੀ ਭਾਈ ਦੇਖੋ ਮੈਂ ਇੱਕ ਗੱਲ ਦੱਸ ਦਿਆਂ ਕਿ ਹੁਣ ਔਖਾ ਹੈ, ਫੇਰ ਸੌਖਾ ਹੀ ਸੌਖਾ ਹੈ, ਤੇ ਜੇ ਤੁਸੀਂ ਹੁਣ ਸੌਖੇ ਰਹੇ ਫਿਰ ਅੱਗੇ ਨੂੰ ਬਹੁਤ ਔਖਾ ਹੈ। ਮੈਂ ਕਈ ਵੱਡੇ ਨਾਂ ਨਹੀਂ ਲੈਂਦਾ, ਮੈਂ ਕਈ ਵੱਡੇ ਐਸੇ ਮਹਾਤਮਾ ਵੀ ਦੇਖੇ ਨੇ ਜਿਨ੍ਹਾਂ ਨੇ ਅੰਮ੍ਰਿਤ ਨਹੀਂ ਛਕਿਆ, ਸੱਚਖੰਡ ਤੋਂ ਵਾਪਸ ਮੋੜ ਦਿੱਤੇ, ਜਾਓ ਜਾ ਕੇ ਅੰਮ੍ਰਿਤ ਛਕ ਕੇ ਆਓ। ਮੈਨੂੰ ਗੱਲ ਯਾਦ ਆ ਗਈ, ਪਿਛਲੀ ਵਾਰ ਜਦੋਂ ਵੈਨਕੂਵਰ ਦਾ ਰਹਿਣ ਵਾਲਾ ਇੱਕ ਸਿੰਘ ਹੈ, ਬੜੀ ਪਹੁੰਚੀ ਅਵਸਥਾ ਦਾ ਮਾਲਕ, ਹੁਸ਼ਿਆਰਪੁਰ ਜ਼ਿਲ੍ਹੇ 'ਚ ਫੋਨ ਤੇ ਮਹਾਂਪੁਰਸ਼ ਕਿਸੇ ਨਾਲ ਗੱਲ ਕੀਤੀ। ਮਹਾਂਪੁਰਸ਼ ਕਹਿੰਦੇ ਮੈਂ 15 ਦਿਨਾਂ ਬਾਅਦ ਸਰੀਰ ਛੱਡ ਜਾਣਾ ਭਾਈ। 15ਵੇਂ ਦਿਨ ਉਹ ਸਿੰਘ ਨੇ ਸ਼ਾਮ ਨੂੰ ਫੋਨ ਕੀਤਾ ਜਦੋਂ ਇੰਡੀਆ, ਬਈ ਮਹਾਂਪੁਰਸ਼ੋ ਤੁਸੀਂ ਤਾਂ ਹਲੇ ਬੈਠੇ ਹੋ, ਤੁਸੀਂ ਕਹਿੰਦੇ ਸਰੀਰ ਛੱਡ ਜਾਣਾ। ਕਹਿੰਦੇ ਭਾਈ ਤਿਆਰੀ ਤਾਂ ਮੈਂ ਕਰ ਲਈ ਸੀ ਜਾਣ ਦੀ, ਪਰ ਮੈਨੂੰ ਆਕਾਸ਼ਬਾਣੀ ਇਹ ਹੋਈ ਹੈ ਕਿ ਸਿੰਘਾ ਭਾਈ ਤੂੰ ਮੂਲ ਮੰਤਰ ਦਾ ਪਾਠ ਗੁਰਪ੍ਰਸਾਦ ਤੱਕ ਕਰਦਾ ਰਿਹਾ ਹੈ ਤੇ ਨਾਨਕ ਨਾਮ ਤੂੰ ਵਿੱਚੋਂ ਛੱਡ ਦਿੱਤਾ, ਇਸ ਕਰਕੇ ਅਸੀਂ ਤੈਨੂੰ 15 ਦਿਨ ਹੋਰ ਦਿੰਦੇ ਹਾਂ। 15 ਦਿਨਾਂ ਤੋਂ ਬਾਅਦ 15 ਦਿਨ ਤੱਕ ਨਾਨਕ ਹੋਸੀ ਵੀ ਸੱਚ ਤੱਕ ਦਾ ਜਾਪ ਕਰ, ਤਾਂ ਤੈਨੂੰ ਸੱਚਖੰਡ ਦੇ ਦਰਵਾਜ਼ੇ ਖੁੱਲਣਗੇ। ਮੈਨੂੰ ਇਸ ਵਕਤ ਉਹਨਾਂ ਦਾ ਨਾਂ ਯਾਦ ਨਹੀਂ, ਵੈਨਕੂਵਰ ਵਾਲੇ ਸਿੰਘ ਦਾ ਨਾਂ ਵੀ ਨਹੀਂ ਯਾਦ। ਇਹ ਮੈਨੂੰ ਟੋਰਾਂਟੋ ਵਿੱਚ ਸਿੰਘਾਂ ਨੇ ਗੱਲ ਦੱਸੀ ਸੀ। ਅਗਰ ਕਿਸੇ ਨੂੰ ਸ਼ੰਕਾ ਹੋਵੇ ਇਸ ਗੱਲ ਦੀ, ਹਾਂ ਮੈਂ ਪਤਾ ਕਰਕੇ ਵੀ ਉਹ ਮਹਾਂਪੁਰਖਾਂ ਦਾ ਕੀ ਨਾਂ ਸੀ, ਉਹਨਾਂ ਨੇ ਆਪਣੀ ਸੰਗਤ ਨੂੰ ਵੀ ਇਹ ਗੱਲ ਸੁਣਾਈ, ਭਾਈ ਅੱਗੇ ਜਾਣ ਨਹੀਂ ਦਿੰਦੇ। ਸੋ ਇਸ ਕਰਕੇ ਸਾਧ ਸੰਗਤ ਜੀ ਮਰਿਆਦਾਵਾਂ ਇੱਥੇ ਤਾਂ ਬਦਲ ਲਈਆਂ, ਪਰ ਅੱਗੇ ਉਹਨਾਂ ਮਰਿਆਦਾਵਾਂ ਨੂੰ ਮਨਜ਼ੂਰੀ ਨਹੀਂ ਮਿਲੀ। ਇੱਥੇ ਆਪਾਂ ਜੋ ਮਰਜ਼ੀ ਮਰਿਆਦਾ ਬਦਲ ਦਈਏ, ਆਪਣੀ ਮਰਜ਼ੀ ਆ, ਆਪਾਂ ਜੋ ਮਰਜ਼ੀ ਕਰੀ ਜਾਈਏ, ਕਿਹੜਾ ਕਿਸੇ ਨੇ ਬਾਂਹ ਫੜਨੀ ਹੈ ਸਾਡੀ। ਪਰ ਜਦੋਂ ਆਪਾਂ ਨੇ ਇਸ ਸੰਸਾਰ ਨੂੰ ਛੱਡ ਕੇ ਸੱਚਖੰਡ ਵੱਲ ਨੂੰ ਪ੍ਰਸਥਾਨ ਕਰਨਾ ਹੈ, ਉੱਥੇ ਨਹੀਂ ਅੱਗੇ ਗਿਆ ਨਾ ਮੰਨੀਆਂ ਬਿਨ ਨਾਵੈ ਬੇਕਾਰ। ਅੱਗੇ ਕਿਸੇ ਨੇ ਨਹੀਂ ਸੁਣਨੀ, ਅੱਗੇ ਜੀਓ ਨਵੇਂ, ਉਧਰ ਦੂਜੇ ਪਾਸੇ ਵੀ ਨਵੇਂ ਹੀ ਨੇ। ਉਹ ਮੈਨੂੰ ਕੋਈ ਪ੍ਰਚਾਰ ਕਰਨ ਦੀ ਇਹ ਇੱਛਾ ਨਹੀਂ ਕਿ ਮੇਰੀ ਗੱਲ ਨੂੰ ਤੁਸੀਂ ਮਾਨਤਾ ਦਿਓ ਜਾਂ ਮੈਂ ਵੱਡਾ ਜਾਂ ਮੈਨੂੰ ਸਿਆਣਪ, ਕਿਉਂਕਿ ਮੈਂ ਤਾਂ ਹਰ ਗੱਲ ਦੀ ਰੂਹਾਨੀਅਤ ਰਾਹੀਂ ਵੀ ਖੋਜ ਕੀਤੀ ਹੈ। ਇਸ ਕਰਕੇ ਮੈਂ ਤੁਹਾਨੂੰ ਸਹੀ ਗੱਲ ਦੱਸ ਦਿਆਂ ਕਿ ਜੇ ਸਹੀ ਮਰਿਆਦਾ ਜਿਹੜੀ ਆ ਨਾ, ਟਕਸਾਲੀ ਮਰਿਆਦਾ, ਇਹ ਵੀ ਨਹੀਂ ਕਿ ਮੈਂ ਟਕਸਾਲ 'ਚ ਪੜ੍ਹਿਆ ਜਾਂ ਮੈਨੂੰ ਕੋਈ ਟਕਸਾਲ ਦੀ ਵਡਿਆਈ ਕਰਨ ਦੀ ਇੱਛਾ ਨਹੀਂ, ਉਹ ਤਾਂ ਸੁਤੇ ਸਿੱਧੀ ਹੋ ਰਹੀ ਹੈ। ਪਰ ਮੈਂ ਦੱਸ ਦਿਆਂ ਕਿ ਜਿਹੜੇ ਕਟਾ ਬੜੀਆਂ ਚੱਲ ਰਹੀਆਂ ਬਾਣੀ ਦੇ ਅੰਦਰ ਔਰ ਘੱਟ ਵੱਧ ਕੀਤਾ ਜਾ ਰਿਹਾ, ਭਰਾਵੋ ਗੁਰਮੁਖੋ ਸੰਗਤੋ, ਉਹ ਭਾਈ ਅੱਗੇ ਜਾ ਕੇ ਬਹੁਤ ਧੋਖਾ ਹੋ ਜਾਣਾ ਤੁਹਾਡੇ ਨਾਲ। ਤੁਸੀਂ ਪਛਤਾਉਣਾ ਵੀ ਅਸੀਂ ਕਿਉਂ ਇਹ ਗਲਤੀ ਕੀਤੀ। ਵੱਧ ਬਾਣੀ ਪੜ੍ਹੀ ਦਾ ਫਾਇਦਾ ਹੀ ਫਾਇਦਾ ਹੈ, ਤੇ ਘੱਟ ਦਾ ਫਿਰ ਨੁਕਸਾਨ ਵੀ ਹੋ ਸਕਦਾ ਬਾਅਦ ਦੇ ਵਿੱਚ। ਆਪਾਂ ਘਰੋਂ ਬਾਜ਼ਾਰ ਨੂੰ ਕੋਈ ਚੀਜ਼ ਲੈਣ ਤੁਰਦੇ ਆ, ਕੋਈ ਕਹੇ ਵੀ ਇਹ ਚੀਜ਼ 100 ਰੁਪਈਆਂ ਦੀ ਹੈ, 100 ਡਾਲਰ ਦੀ ਹੈ, 100 ਪਾਉਂਡ ਦੀ ਹੈ, ਤਾਂ ਆਪਾਂ ਕਹਿੰਦੇ ਚਲੋ 150 200 ਪਾ ਲੈਂਦੇ ਹਾਂ, ਕੀ ਪਤਾ ਉੱਥੇ ਵੱਧ ਹੀ ਨਾ ਹੋ ਜੇ ਰੇਟ। ਹਮੇਸ਼ਾ ਘਰੋਂ ਵੱਧ ਪੈਸੇ ਲੈ ਕੇ ਤੁਰੇ, ਕਦੇ ਇਹ ਨਹੀਂ ਕਿਹਾ ਕਿ 100 ਡਾਲਰ ਜਾਂ ਪਾਉਂਡ ਜਾਂ ਰੁਪਈਏ ਦੀ ਚੀਜ਼ ਹੈ ਚਲੋ 80 ਰੁਪਏ ਲੈ ਜਾਈਏ। ਜਦੋਂ ਉੱਥੇ ਗਏ ਤਾਂ ਉਹ ਚੀਜ਼ ਵਾਕਈ ਵੱਧ ਪੈਸਿਆਂ ਦੀ। ਵੱਧ ਬਾਣੀ ਪੜ੍ਹ ਕੇ ਅੱਗੇ ਜਾ ਕੇ ਜੇ ਲਾਭ ਮਿਲਦਾ ਤਾਂ ਕੋਈ ਮਾੜੀ ਗੱਲ ਨਹੀਂ। ਜੇ ਬਾਣੀ ਘਟਾ ਕੇ ਪੜ੍ਹੀ ਤੇ ਕੱਲ ਨੂੰ ਨੇ ਜਾਣੀਏ ਕੋਈ ਹੋਰ ਥਿਊਰੀ ਨਿਕਲੇ, ਕੋਈ ਸਿਧਾਂਤ ਨਿਕਲਿਆ, ਕੋਈ ਗੱਲ ਨਿਕਲਿਆ ਹੀ, ਫਿਰ ਉਹਦੇ ਵਿੱਚ ਆਪਾਂ ਨੂੰ ਬਹੁਤ ਨੁਕਸਾਨ ਹੋ ਸਕਦਾ ਹੈ। ਇਹ ਮੇਰੀ ਆਪਣੀ ਰਾਏ ਆ, ਮੈਂ ਦੇਣੀ ਸੀ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਰਹਾਉ ਵਾਲੀਆਂ ਪੰਕਤੀਆਂ 'ਚ ਆਪਣੇ ਆਪ ਵਿੱਚ ਭਾਵੇਂ ਸਾਰ ਅੰਸ਼ ਤੇ ਸਿਧਾਂਤ ਰੂਪ ਹਨ, ਪਰ ਪਾਠਕਾਂ ਨਾਲ ਸੰਖੇਪ ਜੇ ਵਿਚਾਰ ਕਰਨੇ ਵੀ ਯੋਗ ਨੇ। ਕਈ ਲੋਕਾਂ ਦੀ ਰੁਚੀ ਤੀਰਥ ਯਾਤਰਾ ਵੱਲ ਬਹੁਤੀ ਰਹਿੰਦੀ ਹੈ, ਉਹ ਇਸ਼ਨਾਨ ਤੇ ਦਾਨ ਕਰਨਾ ਇੱਕ ਵੱਡੀ ਪ੍ਰਾਪਤੀ ਸਮਝਦੇ ਨੇ, ਪਰ ਇਹਨਾਂ ਪੰਕਤੀਆਂ ਤੋਂ ਕਿਤਨੀ ਸੁੰਦਰ ਸੇਧ ਮਿਲ ਜਾਂਦੀ। ਕਿਆ ਭਵੀਐ ਸੱਚ ਸੂਚਾ ਹੋਏ, ਕਿ ਮਨੁੱਖ ਤੀਰਥਾਂ ਤੇ ਜਾਂ ਦੇਸ਼ ਦਸੰਤਰਾਂ ਵਿੱਚ ਫਿਰਨ ਨਾਲ ਸੱਚ ਨੂੰ ਪ੍ਰਾਪਤ ਕਰ ਲੈਂਦਾ ਨਹੀਂ। ਇਸ ਲਈ ਮਨੁੱਖ ਨੂੰ ਜੀਵਨ ਪ੍ਰਾਪਤੀ ਦਾ ਲਕਸ਼ ਸੱਚ ਬਣਾਉਣਾ ਚਾਹੀਦਾ ਹੈ।
ਮਹਾਰਾਜ ਦੇ ਵਾਕ ਸਾਡੀ ਅਗਵਾਈ ਕਰਦੇ ਨੇ। ਤੀਰਥ ਨਾਵਣ ਜਾਓ ਤੀਰਥ ਨਾਮ ਹੈ, ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ। ਗੁਰ ਗਿਆਨ ਸਾਚਾ ਥਾਨ ਤੀਰਥ, 10 ਪੁਰਬ ਸਦਾ ਦਸਹਰਾ। ਹਉ ਨਾਮ ਹਰ ਕਾ ਸਦਾ ਜਾਚੋਂ, ਦੇਹੁ ਪ੍ਰਭ ਧਰਨੀ ਧਰਾ। ਸੰਸਾਰ ਰੋਗੀ ਨਾਮ ਦਾਰੂ, ਮੈਲ ਲਾਗੈ ਸੱਚ ਬਿਨਾ। ਗੁਰਵਾਕ ਨਿਰਮਲ ਸਦਾ ਚਾਨਣ, ਨਿਤ ਸਾਚ ਤੀਰਥ ਮੱਜਣਾ। ਫੇਰ ਫਰਮਾਉਂਦੇ ਨੇ, ਤਨ ਮਹਿ ਮਨੁਆ ਮਨ ਮਹਿ ਸਾਚਾ, ਸੋ ਸਾਚਾ ਮਿਲ ਸਾਚੇ ਰਾਚਾ। ਸਿਧਾਂਤ ਇਹ ਹੈ ਕਿ ਹਿਰਦੇ ਵਿੱਚ ਸੱਚ ਵਸਣ ਨਾਲ ਹੀ ਮਨੁੱਖ ਸੱਚਾ ਹੋ ਸਕਦਾ। ਬਾਹਰ ਫਿਰਨ ਨਾਲ ਤੇ ਇਸ਼ਨਾਨ ਕਰਨ ਨਾਲ ਨਾ ਸੁੱਚਾ ਹੁੰਦਾ ਨਾ ਸੱਚਾ ਹੁੰਦਾ। ਸੋ ਮਹਾਰਾਜ ਕਹਿੰਦੇ ਨੇ, ਭਾਈ ਜਦੋਂ ਮੁਕਤੀ ਹੋਣੀ ਹੈ ਨਾ, ਸੱਚੇ ਗੁਰੂ ਦੇ ਉਪਦੇਸ਼ ਨਾਲ ਹੀ ਹੋਣੀ ਹੈ। ਕੱਚੇ ਗੁਰੂ ਦੇ ਪ੍ਰਾਪਤੀ ਕਰਨ ਨਾਲ, ਕੱਚਿਆਂ ਪਿੱਲਿਆਂ ਨਾਲ ਮਿਲਣੇ ਕਰਕੇ ਕਦੇ ਵੀ ਕੁਝ ਪ੍ਰਾਪਤੀ ਨਹੀਂ ਹੋਈ। ਹੁਣ ਸਿੱਧਾ ਨੇ ਅੱਗੇ ਪ੍ਰਸ਼ਨ ਸ਼ੁਰੂ ਕੀਤੇ ਕਰਨੇ। ਆਓ ਅੱਗੇ ਪ੍ਰਸ਼ਨ ਕਰਦੇ ਹਨ। ਕਵਨ ਤੁਮੇ ਕਿਆ ਨਾਉ ਤੁਮਾਰਾ, ਕੌਣ ਮਾਰਗ ਕੌਣ ਸੁਆਓ। ਇਹ ਹੁਣ ਚਰਪਟ ਜੋਗੀ ਨੇ ਪ੍ਰਸ਼ਨ ਕੀਤਾ। ਚਰਪਟ ਨਾਥ, ਘੁੱਗੂ ਨਾਥ, ਮੰਗਲ ਨਾਥ, ਇਹ ਸਾਰੇ ਨਾਂ ਅੱਗੇ ਚੱਲ ਕੇ ਆਉਣਗੇ ਵੀ, ਔਰ ਚਰਪਟ ਆਪਣਾ ਨਾਂ ਵਿੱਚ ਦੇਵੇਗਾ ਵੀ। ਮਹਾਰਾਜ ਨੇ ਉਹਦਾ ਨਾਂ ਦਿੱਤਾ ਵੀ ਕਿਹਨੇ ਪ੍ਰਸ਼ਨ ਕੀਤਾ। ਹੁਣ ਕਹਿੰਦੇ ਕਵਨ ਤੁਮੇ, ਤੁਸੀਂ ਕੌਣ ਹੋ। ਕਿਆ ਨਾਮ ਤੁਮਾਰਾ, ਤੁਹਾਡਾ ਨਾਮ ਕੀ ਹੈ। ਕੌਣ ਮਾਰਗ, ਤੁਹਾਡਾ ਪੰਥ ਕੀ ਹੈ। ਕੌਣ ਸੁਆਓ, ਤੁਹਾਡਾ ਇੱਥੇ ਆਉਣ ਦਾ ਕੀ ਪ੍ਰਯੋਜਨ ਹੈ ਸਾਡੇ ਪਾਸ। ਸਾਚ ਕਹੋ ਅਰਦਾਸ ਹਮਾਰੀ, ਹਉ ਸੰਤ ਜਨਾ ਬਲ ਜਾਓ। ਧੰਨ ਗੁਰੂ ਨਾਨਕ ਦੇਵ ਜੀ ਨੇ ਸਾਰੇ ਪ੍ਰਸ਼ਨਾਂ ਦਾ ਇਹ ਉੱਤਰ ਦਿੱਤਾ ਕਿ ਮੈਂ ਸੱਚ ਕਹਿੰਦਾ ਅਤੇ ਇਹ ਮੇਰੀ ਅਰਦਾਸ ਹੈ ਕਿ ਮੈਂ ਸੰਤ ਜਨਾਂ ਤੋਂ ਸਦਕੇ ਜਾਂਦਾ। ਮੈਂ ਤਾਂ ਭਾਈ ਤੁਹਾਡੇ ਦਰਸ਼ਨਾਂ ਨੂੰ ਆਇਆ। ਸਾਧ ਸੰਗਤ, ਜੇ ਦੂਜੇ ਨੂੰ ਨਿਮਰਤਾ ਸਿਖਾਉਣੀ ਹੋਵੇ ਤਾਂ ਆਪ ਨਿਮਰਤਾ ਚ ਆਉਣਾ ਪੈਂਦਾ। ਅਸੀਂ ਕਿਸੇ ਅੱਗੇ ਝੁਕਦੇ ਹਾਂ ਤਾਂ ਉਹ ਸਾਡੇ ਅੱਗੇ ਝੁਕਦਾ। ਧੰਨ ਗੁਰੂ ਨਾਨਕ ਦੇਵ ਜੀ ਨਿਮਰਤਾ ਦੇ ਪੁੰਜ, ਨਿਮਰਤਾ ਦੀ ਹੱਦ। ਧੰਨ ਹੈ ਸੱਚੇ ਪਾਤਸ਼ਾਹ ਕਹਿੰਦੇ ਮੈਂ ਤਾਂ ਭਾਈ ਦਰਸ਼ਨਾਂ ਨੂੰ ਆਇਆ। ਆਪਾਂ ਕਹਿ ਸਕਦੇ, ਆਪਾਂ ਆਇਡੈਂਟੀਫਿਕੇਸ਼ਨ ਦੇਣੀ ਸ਼ੁਰੂ ਕਰਦੇ ਹਾਂ, ਉਹ ਭਾਈ ਮੈਂ ਫਲਾਨਾ। ਪਰ ਮਹਾਰਾਜ ਨੇ ਕਦੇ ਨਹੀਂ ਕਿਹਾ ਮੈਂ ਗੁਰੂ ਨਾਨਕ ਹਾਂ, ਕਦੇ ਨਹੀਂ ਕਹਿਣਗੇ। ਪ੍ਰਸ਼ਨ ਹੁੰਦਾ ਅੱਗੋਂ ਫੇਰ, ਕਹਿ ਬੈਸੋ ਕਹਿ ਰਹੀਐ ਬਾਲੇ, ਕਹਿ ਆਵਹੋ ਕਹਿ ਜਾਹੋ। ਇਹ ਉੱਤਰ ਸਿੱਧ ਸਮਝ ਨਹੀਂ ਸਕੇ, ਇਸ ਲਈ ਸਿੱਧ ਫੇਰ ਪ੍ਰਸ਼ਨ ਕਰਦੇ ਨੇ ਕਿ ਹੇ ਬਾਲਕ, ਭਾਵ ਕਿਹੜਾ ਤੁਹਾਡਾ ਟਿਕਾਣਾ, ਤੁਸੀਂ ਕਿੱਥੇ ਰਹਿੰਦੇ ਹੋ। ਕਹਿੰਦੇ ਨੇ ਤੁਸੀਂ ਕਿੱਥੇ ਆਸਣ ਲਾ ਕੇ ਬੈਠਦੇ ਹੋ। ਕਹਿ ਬੈਸੋ ਕਹਿ ਰਹੀਐ ਬਾਲੇ, ਭਾਵ ਕਿਹੜੀ ਕਿਹੜੀ ਸਾਧਨਾ ਕਰਦੇ ਹੋ, ਕਿੱਥੇ ਰਹਿੰਦੇ ਹੋ, ਤੁਹਾਡਾ ਟਿਕਾਣਾ ਕੀ ਹੈ। ਕਹਿ ਆਵੋ ਕਹਿ ਜਾਹੋ, ਕਿੱਥੋਂ ਆਏ ਹੋ ਕਿੱਥੇ ਜਾਓਗੇ। ਨਾਨਕ ਬੋਲੇ ਸੁਣ ਬੈਰਾਗੀ, ਕਿਆ ਤੁਮਾਰਾ ਰਾਹੋ। ਚਰਪਟ ਪੁੱਛ ਰਿਹਾ, ਚਰਪਟ ਨਾਥ ਪੁੱਛ ਰਿਹਾ, ਮਹਾਰਾਜ ਨੂੰ ਬੇਨਤੀ ਕਰਦਾ, ਬੈਰਾਗੀ ਸੰਤ ਸੁਣੋ, ਤੁਹਾਡਾ ਰਾਹੋ ਤੋਂ ਭਾਵ ਮਤ ਕੀ ਹੈ, ਤੁਹਾਡਾ ਧਰਮ ਕੀ ਹੈ, ਮਤ ਕੀ ਹੈ। ਅੱਗੋਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਇਉਂ ਬਚਨ ਫਰਮਾਉਂਦੇ ਨੇ, ਘਟ ਘਟ ਬੈਸ ਨਿਰੰਤਰ ਰਹੀਐ, ਚੱਲ ਹੈ ਸਤਿਗੁਰ ਭਾਏ। ਹੁਣ ਗੁਰਦੇਵ ਜੀ ਪਿਛਲੇ 5 ਪ੍ਰਸ਼ਨਾਂ ਦਾ ਉੱਤਰ ਇਉਂ ਦਿੰਦੇ ਨੇ ਕਿ ਧੰਨ ਗੁਰੂ ਨਾਨਕ ਜੀ ਫਰਮਾਉਂਦੇ ਨੇ ਕਿ ਜੋ ਗੁਰਮੁਖ ਹਨ, ਸਤਿਗੁਰੂ ਦੇ ਹੁਕਮ ਵਿੱਚ ਚੱਲਦੇ ਹਨ, ਉਹ ਜਾਣਦੇ ਹਨ ਕਿ ਹਰੇਕ ਹਿਰਦੇ 'ਚ ਪ੍ਰਭੂ ਬੈਠਾ ਹੈ। ਉਸ ਦੇ ਨਾਮ ਵਿੱਚ ਅਸਥਿਰ ਬੈਠ ਕੇ ਇੱਕ ਰਸ ਲੀਨ ਰਹਿ ਸਕੀਦਾ ਹੈ। ਘਟ ਘਟ ਬੈਸ ਨਿਰੰਤਰ ਰਹੀਐ, ਚੱਲ ਹੈ ਸਤਿਗੁਰ ਭਾਏ। ਸਤਿਗੁਰੂ ਦੇ ਭਾਏ ਹੁਕਮ ਵਿੱਚ ਚੱਲਦੇ ਹਨ ਰੱਬ ਦੇ ਪਿਆਰੇ। ਹਰੇਕ ਹਿਰਦੇ 'ਚ ਵਾਹਿਗੁਰੂ ਬੈਠੇ ਨੇ ਤੇ ਉਸ ਦੇ ਨਾਮ ਵਿੱਚ ਅਸਥਿਰ ਬੈਠ ਕੇ ਇੱਕ ਰਸ ਲੀਨ ਰਹਿ ਸਕੀਦਾ ਹੈ। ਆਪਾਂ ਨੇ ਕਦੇ ਖੋਜ ਹੀ ਨਹੀਂ ਕੀਤੀ ਕਿ ਸਾਡੇ ਅੰਦਰ ਕੀ ਹੈ। ਸਾਡੇ ਅੰਦਰ ਸਾਧ ਸੰਗਤ ਜੀ ਬਹੁਤ ਕੁਝ ਹੈ, ਬਹੁਤ ਕੁਝ ਹੈ। ਜੋ ਬ੍ਰਹਮੰਡੇ ਸੋਈ ਪਿੰਡੇ, ਜੋ ਖੋਜੈ ਸੋ ਪਾਵੈ। ਫਰਮਾਉਂਦੇ ਹਨ, ਸਹਿਜੇ ਆਏ ਹੁਕਮ ਸਿਧਾਏ, ਨਾਨਕ ਸਦਾ ਰਜਾਏ। ਸਾਰੇ ਜੀਵ ਪ੍ਰਭੂ ਦੇ ਹੁਕਮ ਵਿੱਚ ਹੀ ਸਹਿਜ ਸੁਭਾਅ ਇੱਥੇ ਸੰਸਾਰ ਵਿੱਚ ਆਏ, ਉਸ ਦੇ ਹੁਕਮ ਵਿੱਚ ਹੀ ਇੱਥੋਂ ਚਲੇ ਗਏ। ਅਥਵਾ ਅਸੀਂ ਉਹਦੇ ਹੁਕਮ ਵਿੱਚ ਹੀ ਆਏ ਹਾਂ, ਸਹਿਜੇ ਹੀ ਉਹਦੇ ਹੁਕਮ ਵਿੱਚ ਚਲੇ ਜਾਣਾ, ਸਦਾ ਹੀ ਉਹਦੀ ਰਜਾ ਵਿੱਚ ਰਹਿਣ ਵਾਲੇ ਹਾਂ। ਆਸਣ ਬੈਸਣ ਥਿਰ ਨਾਰਾਇਣ, ਐਸੀ ਗੁਰਮਤ ਪਾਏ। ਮਹਾਰਾਜ ਕਹਿੰਦੇ ਧੰਨ ਗੁਰੂ ਨਾਨਕ ਦੇਵ ਜੀ ਕਿ ਸਦਾ ਉਸ ਪ੍ਰਭੂ ਦੀ ਰਜਾ ਵਿੱਚ ਰਹੀਦਾ ਜਿਸ ਨੇ ਅਜਿਹੀ ਗੁਰਮਤ ਪਾਈ ਹੈ ਨਾ, ਪ੍ਰਾਪਤ ਕਰ ਲਈ ਹੈ। ਉਸ ਨੂੰ ਆਸਣ ਤੇ ਥਿਰ ਬੈਠਣ ਵਾਲਾ ਕੇਵਲ ਪਰਮਾਤਮਾ ਹੀ ਦਿਸਿਆ ਹੈ। ਆਸਣ ਬੈਸਣ ਥਿਰ ਨਾਰਾਇਣ, ਐਸੀ ਗੁਰਮਤ ਪਾਏ। ਜਿਨ੍ਹਾਂ ਨੇ ਇਹੋ ਜਿਹੀ
ਗੁਰੂ ਦੀ ਮੱਤ ਪ੍ਰਾਪਤ ਕੀਤੀ ਹੈ, ਗੁਰਮਤਿ ਨੂੰ ਪ੍ਰਾਪਤ ਕਰ ਲਿਆ ਹੈ, ਉਹਨਾਂ ਨੂੰ ਆਪਣੇ ਆਸਣ ਤੇ ਭਾਵ ਹਿਰਦੇ ਦੇ ਵਿੱਚ ਬੈਠੇ ਹੀ ਨਜ਼ਰ ਆ ਗਏ ਨੇ। ਉਹਨਾਂ ਨੂੰ ਘਟਾਂ ਦੇ ਵਿੱਚ, ਹਰ ਪੰਛੀ ਵਿੱਚ, ਹਰ ਪਸ਼ੂ ਵਿੱਚ ਨਾਮਦੇਵ ਜੀ ਨੂੰ ਜਿਵੇਂ ਨਜ਼ਰ ਆਏ। ਗੁਰਮੁਖ ਬੂਝੈ ਆਪ ਪਛਾਣੈ, ਸੱਚੇ ਸੱਚ ਸਮਾਏ। ਇਸ ਭੇਦ ਨੂੰ ਉਹ ਗੁਰਮੁਖ ਸਮਝ ਸਕਦਾ ਹੈ ਜੋ ਆਪਣੇ ਆਪ ਨੂੰ ਪਛਾਣਦਾ ਅਤੇ ਸੱਚੇ ਪ੍ਰਭੂ ਨੂੰ ਪਾ ਕੇ ਸੱਚ ਵਿੱਚ ਲੀਨ ਹੋ ਜਾਂਦਾ ਹੈ। ਕਿਉਂਕਿ ਮੁਖੀ ਗੁਰੂ ਤੋਂ ਜਿਹੜਾ ਸਮਝ ਲੈਂਦਾ ਹੈ, ਆਪਾਂ ਪੁੱਛੀਏ ਜੀ ਪ੍ਰਮਾਤਮਾ ਕਿੱਥੇ, ਕਹਿੰਦੇ ਤੂੰ ਹੀ ਹੈ। ਸੋਈ ਫਿਰਕੈ ਤੂੰ ਭਇਆ ਜਾ ਕਉ ਕਹਿਤਾ ਔਰ। ਉਹ ਭਾਈ ਉਹ ਪ੍ਰਮਾਤਮਾ ਦਾ ਇੱਕ ਪੱਖ ਤਾਂ ਇਹ ਕਿ ਮੈਂ ਹਾਂ ਜੀਵ ਨੂੰ ਕਹਿੰਦੇ ਨੇ ਸਤਿਗੁਰੂ ਕਿ ਤੂੰ ਆਪਣੇ ਆਪ ਨੂੰ ਅੰਦਰੋਂ ਦੇਖ। ਜਦੋਂ ਆਪਾਂ ਨੂੰ ਆਪਾ ਭਾਵ ਦਾ ਗਿਆਨ, ਉਹ ਮੈਂ ਤੇ ਉਹੀ ਆ, ਕਿਉਂਕਿ ਸਾਰੇ ਜੀਵ ਹੀ ਉਹਦਾ ਰੂਪ ਨੇ। ਜਦੋਂ ਕੋਈ ਜੀਵ ਬਾਹਰ ਨੂੰ ਤੱਕਦਾ ਹੈ ਤਾਂ ਸਮਝ ਲਓ ਉਹ ਅਗਿਆਨਤਾ ਵਿੱਚ ਹੈ। ਜਦੋਂ ਆਪਣੇ ਆਪ ਨੂੰ ਦੇਖ ਲੈਂਦਾ ਮੈਂ ਕੌਣ, ਭੂਲ ਗਇਓ ਅਗਿਆਨ ਤੇ ਆਪਣੋ ਆਤਮ ਰੂਪ, ਤਾਹੀ ਕੋ ਫਿਰ ਜਾਣਬੋ ਗਿਆਨ ਕਹਿਤ ਕਾ ਭੂਪ। ਅਗਿਆਨ ਕਰਕੇ ਆਪਣੇ ਰੂਪ ਨੂੰ ਭੁੱਲ ਜਾਣਾ ਹੀ ਗਲਤੀ ਹੈ ਸਾਡੀ ਵੱਡੀ। ਇਹੀ ਅਗਿਆਨ ਹੈ, ਆਪਣੇ ਰੂਪ ਨੂੰ ਭੁੱਲ ਜਾਣਾ। ਆਪਣੇ ਆਪ ਨੂੰ ਪਹਿਚਾਣ ਲੈਣਾ ਹੀ ਉਹਦਾ ਰੂਪ ਬਣ ਜਾਣਾ। ਬਹੁਤ ਵੱਡਾ ਸਿਧਾਂਤ ਹੈ, ਸਮਝਣ ਦੀ ਲੋੜ ਹੈ। ਸਮਝ ਕੇ ਵਿਚਾਰ ਕਰੀਏ ਇਸ ਬਚਨ ਉੱਤੇ ਕਿ ਅਸੀਂ ਆਪਣੇ ਆਪ ਨੂੰ ਪਹਿਚਾਣੀਏ ਕਿ ਮੈਂ ਕੌਣ ਹਾਂ, ਕਿੱਥੋਂ ਆਇਆ ਹਾਂ, ਕਿੱਥੇ ਜਾਣਾ ਹੈ, ਮੇਰਾ ਕਰਮ ਕੀ ਹੈ। ਇਹ ਸਾਰਾ ਕੁਝ ਸਾਨੂੰ ਕਿੱਥੋਂ ਮਿਲ ਸਕਦਾ? ਗੁਰਬਾਣੀ ਵਿੱਚੋਂ। ਗੁਰਬਾਣੀ ਦੀ ਕਥਾ, ਵਿਆਖਿਆ, ਸ਼ਰਵਣ ਕਰਦਿਆਂ ਕੀਰਤਨ ਸੁਣਦਿਆਂ, ਗੁਰਬਾਣੀ ਦੇ ਸ਼ਬਦ ਦੀ ਵਿਚਾਰ, ਖੋਜ ਕਰਦਿਆਂ, ਹਿਰਦੇ ਅੰਦਰੋਂ ਆਪਣੇ ਆਪ ਨੂੰ ਲੱਭਦਿਆਂ ਇੱਕ ਦਿਨ ਆਪਾਂ ਉਹਦਾ ਰੂਪ ਹੀ ਬਣ ਜਾਂਦੇ ਹਾਂ। ਇਉਂ ਸਤਿਗੁਰੂ ਮਹਾਰਾਜ ਨੇ ਇਹ 3 ਪੌੜੀਆਂ ਤੱਕ ਬਖਸ਼ਿਸ਼ਾਂ ਕੀਤੀਆਂ ਸਾਡੇ ਤੇ। ਮਹਾਰਾਜ ਦੀ ਮਿਹਰ ਹੋਈ ਹੈ ਔਰ ਅੱਗੇ ਹੋਰ ਕਿਰਪਾ ਕਰਨਗੇ ਜਦੋਂ ਸਾਡੇ ਤੇ। ਫਿਰ ਅਗਲੀਆਂ ਪੌੜੀਆਂ ਸ਼ਰਵਣ ਕਰਦੇ ਹਾਂ। ਮਹਾਰਾਜ ਦੀ ਮਿਹਰ ਦਾ ਸਦਕਾ ਹੋਈਆਂ ਭੁੱਲਾਂ ਚੁੱਕਾਂ ਦੀ ਮਾਫੀ ਬਖਸ਼ਣੀ। ਮੈਂ ਪਹਿਲਾਂ ਵੀ ਬੇਨਤੀ ਕੀਤੀ ਕਿ ਮੇਰੀ ਬੁੱਧੀ ਤੁਹਾਡੇ ਜਿੰਨੀ ਨਹੀਂ ਹੈ, ਤੁੱਛ ਜੀ ਬੁੱਧੀ ਹੈ। ਜਿੰਨਾ ਕੁ ਰੱਬ ਨੇ ਮੈਨੂੰ ਦਿਮਾਗ ਦਿੱਤਾ, ਬੁੱਧੀ, ਮੈਂ ਆਪਣੇ ਅਨੁਸਾਰ ਕਹਿ ਰਿਹਾ, ਤੁਸੀਂ ਆਪਣੇ ਅਨੁਸਾਰ ਕਹਿ ਰਹੇ ਹੋ। ਕੋਈ ਗਲਤੀ ਹੋ ਗਈ ਹੋਵੇ ਸੁਝਾਅ ਜ਼ਰੂਰ ਦਿਓ ਔਰ ਮਾਫ ਵੀ ਕਰ ਦਿਓ। ਇਹ ਜਾਣ ਲਓ ਵੀ ਸਾਡਾ ਹੀ ਹੈ, ਇਹ ਬਗਾਨਾ ਜਾਣ ਕੇ ਨਾ ਮੈਨੂੰ ਟੋਕਿਓ। ਮੈਂ ਤੁਹਾਡਾ ਸੇਵਾਦਾਰ ਹਾਂ, ਤੁਹਾਡਾ ਪ੍ਰਚਾਰਕ ਹੈ। ਕੋਈ ਗਲਤੀ ਹੋ ਜਾਏ, ਅਣਜਾਣ ਬੱਚਾ ਜਾਣ ਕੇ ਮਾਫ ਕਰਨਾ। ਔਰ ਅਰਦਾਸ ਕਰੋ ਕਿ ਮਹਾਰਾਜ ਸਾਤੋਂ ਇਹ ਸੇਵਾ ਲੈਂਦੇ ਰਹਿਣ, ਅਸੀਂ ਸੰਗਤਾਂ ਦੀ ਸੇਵਾ ਕਰਦੇ ਰਹੀਏ। ਪਿਆਰ ਨਾਲ ਫਤਿਹ ਉਚਾਰਨ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।